ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰਉ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ, ਬੰਦੋ ਕਰ ਅਨੁਰਾਗ। ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ, ਜੁਗਲ ਚਰਨ ਮਮ ਬੰਦਨਾ। ਪਰ ਪਰ ਧਰ ਕਰ ਮਾਥ, ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ, ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਕਹੇ ਸਭਨ ਕੇ ਕੀਨ ਸਪਾਨ, ਭਈ ਜਾਮਨੀ ਦਿਨ ਜੋ ਬਿਹਾਨ। ਕਰ ਅਜਮੇਰ ਸੁਤਾ ਕੇ ਗਇਓ, ਤਥਾ ਮੰਤਰ ਪਠ ਕਰ ਥਿਰ ਭਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ
ਜੁਗੋ ਜੁਗ ਅਟਲ ਭਗਤ ਵਛਲ ਕਿਰਪਾ ਦੇਖ ਜਾਣੇ। ਦੀਨ ਦੁਨੀ ਦੇ ਮਾਲਕ ਸਤਿਗੁਰੂ ਸਾਹਿਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡੇ ਭਾਗ ਹਨ। ਸਤਿਗੁਰਾਂ ਦੀ ਅਪਾਰ ਕਿਰਪਾ ਹੈ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਧਰਮ ਦੀ ਚਾਦਰ ਸਤਿਗੁਰੂ ਤਿੰਨਾਂ ਦੇ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਵਿਖੇ ਪਿਛਲੇ ਪਹਿਰ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪ ਜੀ ਸਰੀਰ ਸਵਾਸ ਸਫਲੇ ਬਣਾ ਰਹੇ ਹੋ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਸਤਿਗੁਰੂ ਨੂੰ ਮਿਲਿਆ ਸਤਿਗੁਰੂ ਦੇ ਦਰਸ਼ਨ ਕੀਤਿਆਂ ਜੀਵਨ ਦੀ ਸੁਚੱਜੀ ਜੁਗਤ ਜਿਹੜੀ ਹੈ ਉਹ ਪ੍ਰਾਪਤ ਹੁੰਦੀ। ਗੁਰ ਬਿਨ ਘੋਰ ਆਧਾਰ ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ। ਸਤਿਗੁਰੂ ਤੋਂ ਬਿਨਾ ਜੀਵਨ ਅੰਦਰ ਅਗਿਆਨਤਾ ਰੂਪੀ ਹਨੇਰਾ ਹੈ। ਜੀਵਨ ਜਿਉਣ ਦੀ ਜਾਚ ਜੀਵਨ ਨੂੰ ਸੰਭਾਲਣ ਦੀ ਜਾਚ ਸਤਿਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ ਆਉਂਦੀ। ਔਰ ਜਦੋਂ ਜੀਵ ਸਤਿਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਸਤਿਗੁਰੂ ਕਿਰਪਾ ਕਰਕੇ ਸੁਚੱਜੀ ਜੀਵਨ ਜੁਗਤ ਜਿਹੜੀ ਹੈ ਉਹ ਬਖਸ਼ਿਸ਼ ਕਰਦੇ। ਜਦੋਂ ਸੁਚੱਜੀ ਜੀਵਨ ਜਾਚ ਪ੍ਰਾਪਤ ਹੋ ਜਾਂਦੀ ਹੈ ਫਿਰ ਸੰਸਾਰ ਵਿੱਚ ਰਹਿੰਦਿਆਂ ਪਰਿਵਾਰ ਵਿੱਚ ਰਹਿੰਦਿਆਂ ਕਿਵੇਂ ਵਿਚਰਨਾ ਹੈ ਸੰਸਾਰ ਦੇ ਵਿੱਚ ਇਹ ਜਾਚ ਜਿਹੜੀ ਹੈ ਜੀਵ ਨੂੰ ਪ੍ਰਾਪਤ ਹੋ ਜਾਂਦੀ। ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਫਿਰ ਜੀਵਨ ਦੀ ਜਿਹੜੀ ਜਾਚ ਹੈ ਉਹ ਪ੍ਰਾਪਤ ਹੋ ਜਾਂਦੀ। ਖਾਣ ਦਾ ਢੰਗ ਆ ਜਾਂਦਾ ਹੈ, ਪਹਿਨਣ ਦਾ ਢੰਗ ਆ ਜਾਂਦਾ ਹੈ, ਸਮਾਜ ਵਿੱਚ ਵਿਚਰਨ ਦਾ ਢੰਗ ਆ ਜਾਂਦਾ ਹੈ। ਜੇ ਸਤਿਗੁਰੂ ਦੀ ਸ਼ਰਨ ਪ੍ਰਾਪਤ ਕਰੀਏ ਤਾਂ ਔਰ ਜਿਨ੍ਹਾਂ ਨੇ ਪ੍ਰਾਪਤ ਕਰ ਲਈ ਉਹਨਾਂ ਨੂੰ ਸਮਾਜ ਵਿੱਚ ਰਹਿਣ ਦਾ ਸੁਚੱਜਾ ਜੀਵਨ ਜਿਉਣ ਦਾ ਜਿਹੜਾ ਢੰਗ ਹੈ ਉਹ ਪ੍ਰਾਪਤ ਹੋਇਆ। ਕਲਗੀਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵਾਜਾਂ ਵਾਲੇ ਸ਼ਮਸ਼ੇਰ ਪਿਤਾ ਸਤਿਗੁਰਾਂ ਦੇ ਪਾਵਨ ਜੀਵਨ ਇਤਿਹਾਸ ਨੂੰ ਆਪ ਜੀ ਲੜੀਵਾਰ ਸਰਵਣ ਕਰ ਰਹੇ ਹੋ। ਜਗਤ ਜੋੜ ਤੰਬਾਕੂ ਸਿੱਖ ਧਰਮ ਦੇ ਵਿੱਚ ਬੱਜਰ ਕੁਰੈਤ ਮੰਨਿਆ ਗਿਆ। ਕਵੀ ਜਨਾਂ ਦੇ ਨਾਲ ਵਿਚਾਰ ਚਰਚਾ ਹੋ ਰਹੀ। ਤੰਬਾਕੂ ਜਿਹੜਾ ਹੈ ਕਦੋਂ, ਕਿਉਂਕਿ ਗੁਲਾਮ ਸੀ ਸਾਡਾ ਦੇਸ਼, ਗੁਲਾਮ ਦੇਸ਼ ਦੇ ਵਿੱਚ ਕਿਵੇਂ ਜਿਹੜਾ ਤੰਬਾਕੂ ਵਰਤਿਆ ਜਾਣ ਲੱਗਿਆ। ਰਾਜੇ ਅਜਮੇਰ ਸ਼ਾਹ ਦੀ ਕੰਨਿਆ ਹੈ, ਲੜਕੀ ਹੈ, ਉਹਨੇ ਆਪਣੇ ਪਿਤਾ ਤੋਂ ਆਗਿਆ ਮੰਗੀ ਕਿ ਮੈਂ ਆਪਣੀ ਮਰਜ਼ੀ ਅਨੁਸਾਰ ਆਪਣਾ ਜਿਹੜਾ ਵਰ ਹੈ ਉਹ ਚੁਣਨਾ ਚਾਹੁੰਦੀ ਹਾਂ। ਦੇਖ ਕਰਕੇ ਸੰਸਾਰ ਦੇ ਵਿੱਚ ਕੋਈ ਐਸਾ ਵਿਅਕਤੀ ਹੋਵੇ ਜਿਹੜਾ ਤਪੱਸਵੀ ਹੈ, ਮਹਾਨ ਤਪੱਸਿਆ ਕਰਦਾ ਹੈ, ਜਿਹਨੇ ਆਪਣੇ ਜੀਵਨ ਨੂੰ ਸਾਧਿਆ ਹੈ, ਐਸਾ ਮੈਂ ਆਪਣੇ ਵਾਸਤੇ ਵਰ ਚੁਣਨਾ ਹੈ। ਉਹਨੇ ਭਾਲ ਕੀਤੀ। ਇੱਕ ਪੰਡਤ ਹੈ ਜਿਹੜਾ ਕਿ ਵੇਦ ਮੰਤਰਾਂ ਦਾ ਜਪ ਕਰਦਾ ਹੈ, ਜ਼ਿਆਦਾ ਖਾਂਦਾ ਨਹੀਂ ਹੈ, ਜ਼ਿਆਦਾ ਸੌਂਦਾ ਨਹੀਂ ਹੈ। ਜਦੋਂ ਕਿਰਸਾਨ ਖੇਤੀ ਵੱਢ ਲੈਂਦੇ ਛਿੱਟੇ ਆਦਿ ਚੁਗ ਕਰਕੇ ਉਹਨੇ ਦਾਣੇ ਜਿਹੜੇ ਸਨ ਉਹ ਕੱਢਣੇ
ਫਿਰ ਉਹਨਾਂ ਦਾਣਿਆਂ ਦਾ ਪੀਸਣਾ, ਆਟਾ ਤਿਆਰ ਕਰਨਾ, ਔਰ ਆਪਣੇ ਜੀਵਨ ਵਾਸਤੇ ਉਹਨਾਂ ਕੁ ਆਟਾ ਜਿਹੜਾ ਸੀ ਉਹ ਤਿਆਰ ਕਰਦਾ, ਦਾਣੇ ਚੁੱਕ ਕੇ ਆ। ਇਸ ਤਰ੍ਹਾਂ ਉਹ ਆਪਣੀ ਜੀਵਨ ਚਰਿਆ ਨੂੰ ਬਤੀਤ ਕਰਦਾ ਹੈ। ਜੰਗਲ ਵਿੱਚ ਬਹਿ ਕੇ ਉਹਨੇ ਤਪ ਕਰਨਾ। ਅਜਮੇਰ ਸ਼ਾਹ ਦੀ ਲੜਕੀ ਨੂੰ ਇਹ ਵਿਅਕਤੀ ਪਸੰਦ ਆਇਆ। ਉਹਨੇ ਆਪਣੇ ਪਿਤਾ ਨੂੰ ਕਿਹਾ ਵੀ ਮੈਂ ਇਹਦੇ ਨਾਲ ਆਪਣਾ ਵਿਵਾਹ ਕਰਨਾ ਚਾਹੁੰਦੀ ਹਾਂ। ਵਿਵਾਹ ਹੋ ਗਿਆ। ਮਹਿਲਾਂ ਦੇ ਵਿੱਚ ਰਹਿਣ ਵਾਸਤੇ ਇਸ ਪੰਡਤ ਨੂੰ ਜਗ੍ਹਾ ਦੇ ਦਿੱਤੀ ਗਈ, ਪਰ ਪੰਡਤ ਖੁਸ਼ ਨਹੀਂ ਸੀ ਵਿਆਹ ਕਰਕੇ, ਕਿਉਂਕਿ ਉਹ ਗ੍ਰਹਿਸਥ ਧਰਮ ਅਪਣਾਉਣਾ ਨਹੀਂ ਚਾਹੁੰਦਾ। ਪਰ ਰਾਜੇ ਦੀ ਲੜਕੀ ਜਿਹੜੀ ਆ ਉਹਦੇ ਨਾਲ ਵਿਆਹ ਕਰਨਾ ਚਾਹੁੰਦੀ। ਵਿਆਹ ਹੋ ਗਿਆ। ਹੁਣ ਜਦੋਂ ਗ੍ਰਹਿ ਦੇ ਵਿੱਚ ਪ੍ਰਵੇਸ਼ ਕੀਤਾ ਹੈ, ਉਹ ਇਕੱਲਾ ਰਹਿਣਾ ਚਾਹੁੰਦਾ ਹੈ। ਹੁਣ ਭਾਵੇਂ ਰਾਜੇ ਦੀ ਕੰਨਿਆ ਉਹਦੀ ਇਸਤਰੀ ਹੈ, ਪਰ ਉਹ ਸੰਗ ਨਹੀਂ ਕਰਨਾ ਚਾਹੁੰਦਾ। ਅੰਦਰ ਕਮਰੇ ਦੇ ਵਿੱਚ ਉਹ ਮੰਤਰਾਂ ਦਾ ਜਪ ਕਰਕੇ ਕੋਟ ਬਣ ਜਾਂਦਾ ਹੈ। ਕੋਈ ਵੀ ਅੰਦਰ ਹੋਰ ਵਿਅਕਤੀ ਪ੍ਰਵੇਸ਼ ਨਹੀਂ ਕਰ ਸਕਦਾ, ਬਾਹਰ ਉਹ ਜਾ ਨਹੀਂ ਸਕਦਾ। ਉਹਨੇ ਆਖਿਆ ਹੁਣ ਮੈਂ ਜੇ ਕਿਤੇ ਭੱਜ ਕੇ ਜਾਵਾਂ, ਰਾਜੇ ਦੇ ਸਿਪਾਹੀਆਂ ਨੇ ਮੈਨੂੰ ਫੜ ਕੇ ਕੈਦ ਕਰ ਲੈਣਾ ਹੈ। ਇਸੇ ਤਰ੍ਹਾਂ ਹੀ ਕਰਦਾ ਹੈ। ਦਿਨ ਵੇਲੇ ਵਿਚਰਦਾ ਹੈ, ਰਾਤ ਵੇਲੇ ਸੌਣ ਤੋਂ ਪਹਿਲਾਂ ਉਹਨੇ ਮੰਤਰਾਂ ਦਾ ਜਪ ਕਰਨਾ। ਕਿਲਾ ਬਣ ਜਾਂਦਾ, ਜਦੋਂ ਕੋਟ ਬਣ ਜਾਂਦਾ ਹੈ, ਫਿਰ ਬੜੇ ਆਰਾਮ ਨਾਲ ਸੌਂਦਾ ਹੈ। ਰਾਜ ਮਹਿਲ ਦੇ ਵਿੱਚ ਸਾਰੇ ਚਰਚਾ ਹੋ ਗਈ। ਇਸ ਕੰਨਿਆ ਨੇ ਜਦੋਂ ਆਪਣੇ ਪਿਤਾ ਨੂੰ ਦੱਸਿਆ, ਰਾਜੇ ਨੇ ਆਪਣੇ ਮੰਤਰੀਆਂ ਨਾਲ ਸਲਾਹ ਕੀਤੀ ਵੀ ਇਹਦਾ ਜਿਹੜਾ ਇਹ ਜਪ ਕਰਦਾ ਹੈ ਮੰਤਰਾਂ ਦਾ, ਇਹਦੇ ਤੋਂ ਕਿਵੇਂ ਇਹਨੂੰ ਵਰਜਿਆ ਜਾਏ, ਕਿਵੇਂ ਹਟਾਇਆ ਜਾਏ। ਕਾਜੀ ਮੁਲਾਣੇ ਜਿਹੜੇ ਸਨ ਉਹਨਾਂ ਨੇ ਸਲਾਹ ਦਿੱਤੀ ਵੀ ਇਹਨੂੰ ਤੰਬਾਕੂ ਜਿਹੜਾ ਹੈ ਹੁੱਕੇ ਦੇ ਵਿੱਚ ਘੋਲ ਕਰਕੇ ਪਿਆਇਆ ਜਾਏ, ਵਿੱਚ ਗੁੜ ਆਦਿ ਪਾ ਕਰਕੇ। ਜਦੋਂ ਸਾਰੇ ਜਣੇ ਬੈਠਾਂਗੇ ਫਿਰ ਇਹਨੂੰ ਪੀਣ ਵਾਸਤੇ ਮਜਬੂਰ ਕਰਾਂਗੇ। ਇੱਕ ਦਿਨ ਇਹਨੂੰ ਸਭਾ ਦੇ ਵਿੱਚ ਬੁਲਾਇਆ ਔਰ ਬੜਾ ਸ਼ਿੰਗਾਰ ਕਰਕੇ ਹੁੱਕਾ ਜਿਹੜਾ ਹੈ ਉਹਦੇ ਵਿੱਚ ਗੁੜ ਆਦਿ ਮਿਲਾ ਕਰਕੇ, ਤੰਬਾਕੂ ਮਿਲਾ ਕਰਕੇ ਹੁੱਕਾ ਤਿਆਰ ਕੀਤਾ। ਸਾਰੇ ਜਿਹੜੇ ਸਭਾ ਦੇ ਵਿੱਚ ਮੰਤਰੀ ਵਜ਼ੀਰ ਬੈਠੇ ਨੇ ਉਹ ਵੀ ਹੁੱਕਾ ਪੀ ਰਹੇ। ਇਹਨੂੰ ਵੀ ਪੀਣ ਵਾਸਤੇ ਕਿਹਾ ਹੈ। ਜਿਵੇਂ ਇਹਨੂੰ ਜ਼ਬਰਦਸਤੀ ਕਹਿੰਦੇ ਹਨ ਵੀ ਸਾਰੇ ਜਦੋਂ ਪੀ ਰਹੇ ਨੇ ਵੀ ਤੈਨੂੰ ਕੀ ਹੁੰਦਾ ਹੈ, ਤੂੰ ਵੀ ਥੋੜ੍ਹਾ ਜਿਹਾ ਪੀ ਕੇ ਦੇਖਣਾ ਕਰ, ਇਹਦੇ ਵਿੱਚ ਕੁਝ ਨਹੀਂ ਪਾਇਆ, ਕੇਵਲ ਗੁੜ ਹੀ ਪਾਇਆ ਹੈ। ਜਿਵੇਂ ਇਸ ਵਿਦਵਾਨ ਪੰਡਤ ਨੂੰ ਮਜਬੂਰ ਕਰਦੇ ਹਨ, ਔਰ ਇਹਦਾ ਸਾਰਾ ਹੀ ਜਿਹੜਾ ਜਪ ਤਪ ਹੈ ਤੰਬਾਕੂ ਪੀ ਕਰਕੇ ਸਾਰਾ ਹੀ ਚਲਿਆ ਜਾਂਦਾ। ਇਸੇ ਕਰਕੇ ਖਾਲਸਾ ਪੰਥ ਦੇ ਵਿੱਚ ਮਹਾਰਾਜਿਆਂ ਨੇ ਆਪਣੇ ਸਿੰਘਾਂ ਨੂੰ ਤੰਬਾਕੂ ਤੋਂ ਵਰਜਿਆ ਹੈ। ਹੱਥ ਤੱਕ ਨਹੀਂ ਲਾਉਣਾ ਤੰਬਾਕੂ ਨੂੰ, ਕਿਉਂਕਿ ਜਗਤ ਝੂਠ ਹੈ। ਜਦੋਂ ਹੁੱਕਾ ਪੀਂਦੇ ਸਾਰੇ ਇੱਕ ਦੂਜੇ ਮੂੰਹ ਲਾਈ ਜਾਂਦੇ ਇੱਕੋ ਹੀ ਨਾਲੀ ਨੂੰ। ਔਰ ਜਿਹੜਾ ਜਪ ਤਪ ਕਰਨ ਵਾਲਾ ਵਿਅਕਤੀ ਹੈ ਉਹਦਾ ਸਾਰਾ ਹੀ ਤਪੱਸਿਆ ਜਿਹੜੀ ਹੈ, ਜੇ ਕਿਤੇ ਤੰਬਾਕੂ ਨੂੰ ਹੱਥ ਲੱਗ ਜਾਏ, ਛੋਹ ਲਵੇ, ਪੀ ਲਵੇ, ਫਿਰ ਲੱਗੇ ਸਾਰਾ ਹੀ ਉਹਦਾ ਨਸ਼ਟ ਹੋ ਜਾਂਦਾ ਹੈ। ਇਸ ਕਰਕੇ ਇੰਨੀ ਮਾੜੀ ਸ਼ੈ ਹੈ ਇਹ ਤੰਬਾਕੂ। ਲੋਕ ਬੜੇ ਖੁਸ਼ ਹੋ ਕੇ ਪੀਂਦੇ, ਕਿਉਂਕਿ ਲਾਇਆ ਗਿਆ ਹੈ ਕਿ ਨਸ਼ਾ ਜਿਹੜਾ ਹੈ ਤੰਬਾਕੂ ਦਾ। ਗੁਲਾਮ ਦੇਸ਼ ਦੇ ਵਿੱਚ ਕਹਿਣ ਲੱਗੇ ਆਪਣੇ ਗੁਲਾਮਾਂ ਨੂੰ ਇਹ ਨਸ਼ਾ ਲਾ ਕਰਕੇ ਕਿ ਸਾਡੇ ਤੇ ਭਾਰੂ ਨਾ ਹੋ ਸਕਣ। ਇਸੇ ਕਰਕੇ ਮਹਾਰਾਜਿਆਂ ਨੇ ਕਿਹਾ ਅਸੀਂ ਗੁਲਾਮ ਨਹੀਂ ਆ, ਖਾਲਸਾ ਆਜ਼ਾਦ ਹੈ। ਖਾਲਸਾ ਤਾਂ ਉਹ ਹੈ ਜਿਹੜਾ ਕਿਸੇ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਖਾਲਸਾ ਉਹ ਜ਼ਮੀਨ ਹੈ ਜਿਹੜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਪਣੀ ਹੈ। ਖਾਲਸੇ ਦੇ ਅਰਥ ਹਨ ਉਹ ਜ਼ਮੀਨ ਜਿਹੜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਪਣੀ ਹੋਵੇ, ਜਿਹੜਾ ਕਿਸੇ ਤੇ ਅਧਿਕਾਰ ਨਹੀਂ ਹੈ, ਕੇਵਲ ਆਪਣੇ ਆਪ ਵਿੱਚ ਪੂਰਨ ਸਵਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਬਖਸ਼ਿਸ਼ ਕੀਤਾ। ਔਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਆਪਣਾ ਸਵਰੂਪ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪੁੱਤਰ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਮੈਂ ਆਪਣਾ ਸੁੱਤ
ਤੋਹੇ ਨਿਵਾਜਾ ਪੰਥ ਪਰਚੁਰ ਕਰਵੇ ਕੋ ਸਾਜਾ। ਮਹਾਰਾਜਿਆਂ ਨੂੰ ਭੇਜਿਆ ਗਿਆ ਕਿ ਜਾਓ ਖਾਲਸਾ ਪੰਥ ਪ੍ਰਗਟ ਕਰੋ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਕਹਿ ਦਿੱਤਾ ਸੀ ਨਰੰਗੇ ਨੂੰ, ਤੂੰ ਦੋ ਤੋਂ ਇੱਕ ਕਰਨਾ ਚਾਹੁੰਦਾ ਹੈ, ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕੁਝ ਹੋਰ ਪਾਉਂਦਾ ਹੈ। ਉਹ 2 ਤੋਂ 3 ਬਣਾਉਣੇ ਚਾਹੁੰਦਾ, ਇੱਕ ਖਾਲਸਾ ਪੰਥ ਹੋਰ ਪ੍ਰਗਟ ਹੋਏਗਾ ਜਿਹੜਾ ਕਿ ਸਾਡੇ ਪੁੱਤਰ ਨੇ ਆ ਕੇ ਪ੍ਰਗਟ ਕਰਨਾ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਅਕਾਲ ਪੁਰਖ ਪਰਮੇਸ਼ਰ ਦੀ ਫੌਜ ਹੈ ਖਾਲਸਾ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪਰਮਾਤਮਾ ਦੀ ਮੌਜ, ਉਹਦੀ ਮਰਜ਼ੀ ਅਨੁਸਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਖਾਲਸਾ ਪੰਥ ਪ੍ਰਗਟ ਕੀਤਾ ਹੈ। ਇਸ ਕਰਕੇ ਜਗਤ ਜੂਟ ਤੋਂ ਵਜਰ ਕੁਰੈਤ ਜਿਹੜੀ ਹੈ ਖਾਲਸਾ ਪੰਥ ਅੰਦਰ ਮੰਨੀ ਗਈ, ਜਗਤ ਜੂਟ ਤੰਬਾਕੂ। ਔਰ ਜਿਵੇਂ ਇਸ ਪੰਡਤ ਨੂੰ ਤੰਬਾਕੂ ਪੀਣ ਵਾਸਤੇ ਲਾਇਆ ਗਿਆ, ਉਹ ਵਾਰਤਾ ਕਵੀ ਜੀ ਸਰਵਣ ਕਰਾ ਰਹੇ ਹਨ। ਆਓ ਰਸਨਾ ਔਰ ਮੁਖ ਦੀ ਪਵਿੱਤਰਤਾ ਲਈ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ ਚੌਪਈ ਕਹੇ ਸਭਨ ਕੇ ਕੀਨਸ ਪਾਨ। ਸਾਰੇ ਜਣਿਆਂ ਨੇ ਜਦੋਂ ਵਜ਼ੀਰ ਮੰਤਰੀ ਮੌਲਵੀ ਬੈਠੇ ਨੇ, ਸਾਰੇ ਕਹਿਣ ਲੱਗੇ ਵੀ ਜਦੋਂ ਅਸੀਂ ਪੀ ਰਹੇ ਹਾਂ ਤੈਨੂੰ ਕੁਝ ਨਹੀਂ ਹੋਣ ਲੱਗਿਆ, ਤੂੰ ਵੀ ਪੀਣਾ ਕਰ। ਔਰ ਜਦੋਂ ਸਭਨਾਂ ਦੇ ਕਹਿਣ ਤੇ ਮਜਬੂਰ ਕਰਨ ਤੇ ਇਹਨੇ ਪੀਤਾ ਹੈ ਹੁੱਕਾ। ਭਈ ਜਾਵਨੀ ਦਿਨ ਜੋ ਬਿਹਾਨ। ਔਰ ਇਸੇ ਤਰ੍ਹਾਂ ਦਿਨ ਬਤੀਤ ਹੋਇਆ, ਰਾਤ ਪਈ ਹੈ। ਘਰ ਅਜਮੇਰ ਸੁਤਾ ਕੇ ਗਇਓ। ਘਰ ਦੇ ਵਿੱਚ ਆਇਆ ਹੈ ਜਿੱਥੇ ਰਾਜੇ ਅਜਮੇਰ ਦੀ ਕੰਨਿਆ ਰਹਿੰਦੀ ਹੈ। ਤਥਾ ਮੰਤਰ ਪਠ ਕਰ ਥਿਰ ਭਇਓ। ਉਸੇ ਤਰ੍ਹਾਂ ਇਹਨੇ ਰਾਤ ਦੇ ਸਮੇਂ ਮੰਤਰਾਂ ਦਾ ਜਪ ਕੀਤਾ ਹੈ, ਕਿਉਂਕਿ ਅੱਗੇ ਜਦੋਂ ਜਪ ਕਰਦਾ ਹੈ ਕੋਟ ਬਣ ਜਾਂਦਾ ਹੈ, ਪਰ ਅੱਜ ਜਦੋਂ ਜਪ ਕੀਤਾ ਹੈ ਇਹਨੇ ਆਖਿਆ ਵੀ ਕਿਲਾ ਬਣ ਜਾਏਗਾ। ਨਿਸ਼ਚਿੰਤ ਹੋ ਕਰਕੇ ਇਹਨੇ ਜਪ ਜਦੋਂ ਕੀਤਾ ਹੈ। ਬਣਿਓ ਨ ਕੋਟ ਮੰਤਰ ਨਹਿ ਫੁਰਿਓ। ਕੋਈ ਵੀ ਕਿਲਾ ਨਹੀਂ ਬਣਿਆ, ਮੰਤਰ ਤਾਂ ਇਹਨੇ ਜਪਿਆ ਹੈ। ਮੰਤਰਾਂ ਦਾ ਜਾਪ ਕਰਕੇ ਜਦੋਂ ਸੁੱਤਾ ਹੈ, ਕਿਲਾ ਕੋਈ ਨਹੀਂ ਬਣਿਆ, ਕੋਈ ਕਾਰ ਨਹੀਂ ਬਣੀ। ਵਿਪਰ ਬੇਵਸ ਹੋਇ ਕਰ ਪੁੰਨ ਥਿਰਿਓ। ਔਰ ਵਿਪਰ ਜਿਹੜਾ ਸੀ ਬੇਵਸ ਹੋ ਗਿਆ, ਹੁਣ ਇਹਦੀ ਕੋਈ ਪੇਸ਼ ਨਹੀਂ ਚੱਲੀ। ਜਗਤ ਝੂਠ ਮਹਿ ਦੋਸ਼ ਵਡੇਰਾ। ਸਤਿਗੁਰੂ ਜੀ ਕਹਿੰਦੇ ਭਾਈ ਇਹ ਜਗਤ ਝੂਠ ਦੇ ਵਿੱਚ ਇੰਨਾ ਵੱਡਾ ਦੋਸ਼ ਹੈ। ਸਾਰਾ ਜਪ ਤਪ ਆਪਣੇ ਜੀਵਨ ਦੀ ਤਪੱਸਿਆ ਜਿਹੜੀ ਸੀ ਉਸ ਪੰਡਤ ਨੇ ਗਵਾ ਲਈ ਤੰਬਾਕੂ ਪੀ ਕਰਕੇ। ਐਡਾ ਵੱਡਾ ਦੋਸ਼ ਹੈ, ਕਹਿਣ ਲੱਗੇ ਜੀਵਨ ਦੀ ਸਾਰੀ ਤਪੱਸਿਆ ਜਿਹੜਾ ਇੱਕ ਵਾਰ ਇਹਨੂੰ ਛੋਹ ਲੈਂਦਾ ਪੀ ਲੈਂਦਾ, ਸਾਰੀ ਤਪੱਸਿਆ ਉਹਦੀ ਚਲੀ ਜਾਂਦੀ ਹੈ। ਕਰਿਓ ਪਤਾਵਨ ਪ੍ਰਭ ਤਿਸ ਬੇਰਾ। ਗੁਰੂ ਸਾਹਿਬ ਜੀ ਨੇ ਕਵੀ ਜਨਾਂ ਨੂੰ ਦੱਸਿਆ ਹੈ। ਧਰਮ ਹਿੰਦੂ ਕੋ ਮੰਤਰ ਸਮੇਤ। ਹਿੰਦੂ ਧਰਮ ਦੇ ਵਿੱਚ ਜੋ ਮੰਤਰਾਂ ਦਾ ਜਪ ਕਰਦੇ ਸਨ ਵਿਦਵਾਨ ਪੰਡਤ, ਕਹਿਣ ਲੱਗੇ ਇਹਨਾਂ ਦੇ ਮੰਤਰਾਂ ਦਾ ਜਪ ਜਿਹੜਾ ਸੀ ਇਹ ਗਵਾਉਣ ਵਾਸਤੇ ਅਜਮੇਰ ਸ਼ਾਹ ਨੇ ਤੰਬਾਕੂ ਦੀ ਜਿਹੜੀ ਪ੍ਰਥਾ ਹੈ ਇਹ ਰੀਤ ਚਲਾਉਣਾ ਕੀਤੀ ਹੈ। ਕਰਮ ਵਿਨਾਸ਼ਨ ਕੋ ਬੜ ਹੀਤ। ਇਹਨਾਂ ਦੇ ਕਰਮਾਂ ਦਾ ਨਾਸ਼ ਕਰਨ ਵਾਸਤੇ, ਕਿਉਂਕਿ ਕਰਮ ਬਣਦਾ ਹੈ ਜਦੋਂ ਕੋਈ ਜਪ ਕਰਦਾ ਹੈ, ਔਰ ਇਹਨਾਂ ਦੇ ਕਰਮਾਂ ਦਾ ਨਾਸ਼ ਕਰਨ ਵਾਸਤੇ ਚੋਬਦਾਰ ਕਲ ਜੁਗ ਕੋ ਜਗ ਮੈਂ। ਕਲ ਯੁਗ ਜਿਹੜਾ ਹੈ ਇਹਦਾ ਚੋਬਦਾਰ ਹੈ ਤੰਬਾਕੂ। ਕਹਿਣ ਲੱਗੇ ਕਲ ਯੁਗ ਨੇ ਇਹਨੂੰ ਮੂਹਰੇ ਲਾਇਆ ਹੋਇਆ ਚੋਬਦਾਰ ਬਣਾ ਕਰਕੇ। ਸੋਚ ਆਦ ਗੁਣ ਨਾਸ਼ਕ ਲਗ ਮੈਂ। ਔਰ ਸਵੱਛਤਾ ਜਿਹੜੀ ਹੈ
ਸੁੱਚਾ ਗੁਣ ਜਿਹੜਾ ਹੈ, ਸਾਰੇ ਗੁਣ ਇਹ ਤੰਬਾਕੂ ਨਸ਼ਟ ਕਰ ਦਿੰਦਾ ਹੈ। ਅਧਿਕ ਅਪਾਵਨ ਕਰ ਬਿਹਾਰੋ, ਭਾਵੇਂ ਕੋਈ ਕਿੰਨਾ ਵੀ ਉਪਾਵ ਕਰੇ। ਕਵਿਨ ਸਭਾ ਮਹਿ ਗੁਰੂ ਉਚਾਰੋ, ਜਦੋਂ ਇੱਕ ਵਾਰ ਤੰਬਾਕੂ ਨੂੰ ਕੋਈ ਛੋਹ ਲੈਂਦਾ ਹੈ, ਦੁਬਾਰਾ ਕਹਿਣ ਲੱਗੇ ਉਹੋ ਜਿਹੀ ਭਗਤੀ, ਉਹੋ ਜਿਹਾ ਜਪ, ਉਹੋ ਜਿਹੀ ਅਵਸਥਾ ਉਸ ਵਿਅਕਤੀ ਦੀ ਨਹੀਂ ਬਣਦੀ। ਇਉਂ ਮਹਾਰਾਜਿਆਂ ਨੇ ਕਵੀ ਜਨਾਂ ਨੂੰ ਇਹ ਸਿੱਖਿਆ ਦਿੱਤੀ ਹੈ। ਦੋਹਰਾ ਉੱਤਰ ਅਪਰ ਜੇ ਰਹਿ ਗਏ, ਸਤਿਗੁਰ ਸਭਿਨ ਬਤਾਏ। ਜਿੰਨੇ ਕੁ ਉੱਤਰ ਰਹਿ ਗਏ ਹਨ, ਅੱਗੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਕਵੀ ਜਨਾਂ ਨੂੰ ਦੱਸੇ ਹਨ। ਅੱਗੇ ਜਿੰਨੇ ਉੱਤਰ ਮਹਾਰਾਜ ਜੀ ਬਖਸ਼ਿਸ਼ ਕਰਦੇ, ਕਵੀ ਜਨਾਂ ਦੇ ਨਾਲ ਵਿਚਾਰ ਚਰਚਾ ਹੁੰਦੀ ਹੈ। ਦੋਹਰਾ ਸਭਾ ਸਰਬ ਕਵੀਆਂ ਵਿਖੈ, ਇਸ ਵਿਦ ਭਇਓ ਸੰਵਾਦ। ਜਿੰਨੇ ਕਵੀ ਬੈਠੇ ਸਨ 52 ਕਵੀ ਮਹਾਰਾਜਿਆਂ ਦੇ ਨਾਲ, ਇਉਂ ਸੰਵਾਦ ਜਿਹੜਾ ਹੈ ਕਵੀਆਂ ਦਾ, ਪ੍ਰਸ਼ਨ ਉੱਤਰ, ਇਹਨਾਂ ਦੇ ਸਵਾਲਾਂ ਦੇ ਜਵਾਬ, ਪਹਿਲਾਂ ਉਹਨਾਂ ਨੇ ਵਿਚਾਰ ਦੱਸੀ, ਫਿਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਧੰਨ ਧੰਨ ਸਭ ਹੀ ਕਹੈ, ਹਿਰਦੈ ਅਧਿਕ ਅਹਿਲਾਦ। ਸਾਰੇ ਕਹਿੰਦੇ ਹਨ ਧੰਨ ਸਤਿਗੁਰੂ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਸਾਰੇ ਜਣੇ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਸਤਿਗੁਰੂ ਜੀ ਧੰਨ ਹਨ, ਸਭਨਾਂ ਦੇ ਮਨ ਵਿੱਚ ਖੁਸ਼ੀ ਪੈਦਾ ਹੋਈ ਹੈ। ਚੌਪਈ ਉੱਠੇ ਪ੍ਰਭੂ ਮੰਦਰ ਕੋ ਗਏ, ਦੀਵਾਨ ਵਿੱਚੋਂ ਸਤਿਗੁਰੂ ਜੀ ਉੱਠੇ ਹਨ, ਨਿਜ ਮਹਿਲਾਂ ਦੇ ਵਿੱਚ ਮਹਾਰਾਜ ਜੀ ਗਏ ਹਨ। ਨਾਨਾ ਰਸ ਆਹਾਰ ਅਚ ਲਏ, ਅਨੇਕਾਂ ਪ੍ਰਕਾਰ ਦਾ ਭੋਜਨ ਮਹਾਰਾਜਿਆਂ ਦੇ ਵਾਸਤੇ ਤਿਆਰ ਹੋਇਆ ਹੈ, ਗੁਰੂ ਸਾਹਿਬ ਜੀ ਨੇ ਛਕਿਆ ਹੈ। ਪੁਨ ਭਯੰਕ ਪਰ ਕਰਿਓ ਅਰੰਮੂ, ਫਿਰ ਸਤਿਗੁਰੂ ਜੀ ਪਲੰਗੇ ਤੇ ਵਿਸ਼ਰਾਮ ਕਰਦੇ ਹਨ। ਇਮ ਸੰਵਾਦ ਕਵਿਨ ਅਬਰੰਮੂ, ਇਸ ਤਰ੍ਹਾਂ ਕਵੀਆਂ ਦੇ ਨਾਲ ਜਿਵੇਂ ਸੰਵਾਦ ਹੋਇਆ, ਕਵੀ ਜਨ ਆਪਣੇ ਆਪਣੇ ਡੇਰਿਆਂ ਵਿਖੇ ਜਾ ਕੇ ਮਨ ਵਿੱਚ ਵਿਚਾਰਾਂ ਕਰਦੇ ਹਨ। ਦੇਸ਼ ਵਿਦੇਸ਼ਨ ਮਹਿ ਕਵ ਗੁਣੀ, ਗੁਣੀ ਗੁਣੀ ਕਵੀ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਮਹਾਰਾਜਿਆਂ ਦੇ ਦਰਬਾਰ ਦੀ ਚਰਚਾ ਸੁਣੀ ਜਿਨ੍ਹਾਂ ਨੇ, ਔਰ ਆਪਣੀ ਕਲਾ ਦਾ ਇਜ਼ਹਾਰ ਕਰਨ ਵਾਸਤੇ, ਆਪਣੀ ਬੁੱਧ ਮਹਾਰਾਜਿਆਂ ਦੇ ਕੋਲ, ਸਤਿਗੁਰਾਂ ਦੇ ਕੋਲ ਆ ਕੇ ਗਿਆਨ ਲੈਣ ਵਾਸਤੇ ਮਹਾਰਾਜਿਆਂ ਦੇ ਪਾਸ ਦੂਰੋਂ ਦੂਰੋਂ ਕਵੀ ਚੱਲ ਕੇ ਆਉਂਦੇ ਹਨ। ਆਵੇ ਚਲੇ ਸੋ ਕੀਰਤ ਸੁਣੀ, ਜਦੋਂ ਗੁਰੂ ਸਾਹਿਬ ਜੀ ਦੀ ਕੀਰਤ ਸੁਣੀ, ਕਵੀਆਂ ਨੂੰ ਸਤਿਗੁਰੂ ਜੀ ਕਿੰਨਾ ਨਿਵਾਜਦੇ ਹਨ। ਕਵੀਆਂ ਦੇ ਪਾਸੋਂ ਮਹਾਰਾਜ ਜੀ ਕਵਿਤਾ ਸੁਣਦੇ, ਫਿਰ ਉਹਨਾਂ ਨੂੰ ਇਨਾਮ ਦਿੰਦੇ ਮਹਾਰਾਜ। ਇਉਂ ਜਦੋਂ ਕੀਰਤੀ ਸੁਣੀ ਕਿ ਸਤਿਗੁਰੂ ਜੀ ਕਵੀਆਂ ਦਾ ਕਿੰਨਾ ਸਤਿਕਾਰ ਕਰਦੇ ਹਨ, ਦੂਰੋਂ ਦੂਰੋਂ ਕਵੀ ਚੱਲ ਕੇ ਆਉਂਦੇ। ਦਰਬ ਕਰੋੜ ਲਗ ਬਖਸ਼ੰਤੇ, ਕਰੋੜਾਂ ਹੀ ਰੁਪਈਆ ਮਹਾਰਾਜ ਜੀ ਕਵੀਆਂ ਵਿੱਚ ਵਰਤਾ ਦਿੰਦੇ ਹਨ। ਜੁਗ ਲੋਕਨ ਕੇ ਸੁਖ ਨ ਲਭੰਤੇ, ਔਰ ਸਤਿਗੁਰੂ ਦੀ ਸ਼ਰਨ ਵਿੱਚ ਦੋਨਾਂ ਲੋਕਾਂ ਦਾ ਸੁੱਖ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਜਿੱਥੇ ਸਤਿਗੁਰੂ ਜੀ ਧਨ ਬਖਸ਼ਿਸ਼ ਕਰਦੇ ਹਨ, ਆਹ ਲੋਕ ਸੁਖੀ ਹੁੰਦਾ ਹੈ, ਔਰ ਜਿੱਥੇ ਫਿਰ ਮਹਾਰਾਜ ਜੀ ਆਤਮਿਕ ਆਨੰਦ ਦੀ ਦਾਤ ਦਿੰਦੇ, ਪਰਲੋਕ ਵੀ ਸੁਹੇਲਾ ਬਣਾਉਂਦੇ ਸਤਿਗੁਰੂ ਜੀ। ਮਹਾਰਾਜਿਆਂ ਦੇ ਦੀਦਾਰ ਕਰਦਿਆਂ ਜਿੱਥੇ ਲੋਕ ਜੀਵਨ ਸਵਰਦਾ ਹੈ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਮਹਾਰਾਜਿਆਂ ਨੂੰ ਮਿਲ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਜੀਵਨ ਦੀ ਜੁਗਤ ਪ੍ਰਾਪਤ ਹੁੰਦੀ, ਲੋਕ ਸੁਖੀ ਹੁੰਦਾ ਹੈ। ਔਰ ਕਹਿਣ ਲੱਗੇ ਉੱਥੇ ਮਹਾਰਾਜ ਜੀ ਪਰਲੋਕ ਵੀ ਸੁਹੇਲਾ, ਪਰਲੋਕ ਵੀ ਸਵਾਰਦੇ ਮਹਾਰਾਜ। ਦਰਗਾਹ ਦੇ ਵਿੱਚ ਮਹਾਰਾਜ ਜੀ ਉਹ ਕਿਰਪਾ ਕਰਦੇ, ਬਖਸ਼ਿਸ਼ ਕਰਦੇ ਕਵੀ ਜਨਾਂ ਤੇ। ਇਉਂ ਸੁਣਦੇ ਸਤਿਗੁਰਾਂ ਦਾ ਜਸ, ਦੋ ਲੋਕਾਂ ਦਾ ਸੁੱਖ ਸਤਿਗੁਰੂ ਦੀ ਸ਼ਰਨ ਵਿੱਚੋਂ ਪ੍ਰਾਪਤ ਹੁੰਦਾ ਹੈ। ਅੰਮ੍ਰਿਤ ਰਾਏ ਕਵੀ ਇੱਕ ਆਇਓ, ਕਵੀ ਅੰਮ੍ਰਿਤ ਰਾਏ ਜੀ ਚੱਲ ਕਰਕੇ ਆਏ ਹਨ।
ਕਰ ਕੀਰਤ ਕੋ ਕਵਿਤ ਲਿਆਇਓ। ਮਹਾਰਾਜਿਆਂ ਦੀ ਕੀਰਤੀ ਵਿੱਚ ਇੱਕ ਕਵਿਤ ਲਿਖ ਕੇ ਲੈ ਕੇ ਆਇਆ ਹੈ। ਮਿਲਿਓ ਪ੍ਰਥਮ ਹੂੰ ਕੀਨ ਪ੍ਰਣਾਮੋ। ਮਹਾਰਾਜਿਆਂ ਦੇ ਦਰਸ਼ਨ ਕੀਤੇ, ਸਤਿਗੁਰਾਂ ਨੂੰ ਆ ਕੇ ਮੱਥਾ ਟੇਕਿਆ ਹੈ। ਬਹੁਰ ਸੁਨਾਏ ਸੁਜਸ ਅਬਿਰਾਮੋ। ਫਿਰ ਜਿਹੜਾ ਕਵਿਤ ਮਹਾਰਾਜਿਆਂ ਦੀ ਉਸਤਤ ਦੇ ਵਿੱਚ ਲਿਖ ਕੇ ਲੈ ਕੇ ਆਇਆ, ਗੁਰੂ ਸਾਹਿਬ ਜੀ ਨੂੰ ਸੁਣਾਇਆ ਹੈ। ਕਵਿਤ ਜਾਹੀ ਔਰ ਜਾਉ ਅਤ ਆਦਰ ਤਾਤੇ ਪਾਉ। ਕਵੀ ਜੀ ਮਹਾਰਾਜਿਆਂ ਦੀ ਵਡਿਆਈ ਕਰਦਿਆਂ ਹੋਇਆਂ, ਕਿਉਂਕਿ ਸਤਿਗੁਰਾਂ ਦੇ ਦਰਬਾਰ ਵਿੱਚ ਕਵੀ ਜਨ ਜਦੋਂ ਆਉਂਦੇ ਆ ਕੇ ਮਹਾਰਾਜਿਆਂ ਦੀ ਉਸਤਤ ਕਰਦੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜਿਆਂ ਦੇ ਪਾਸ ਜਦੋਂ ਭੱਟ ਸਾਹਿਬਾਨ ਆਏ, ਸਤਿਗੁਰਾਂ ਨੇ ਭੱਟ ਸਾਹਿਬਾਨਾਂ ਨੂੰ ਕਿੰਨਾ ਸਤਿਕਾਰ ਦਿੱਤਾ, ਆਪਣੇ ਨਾਲ ਬਿਠਾ ਲਿਆ ਗੁਰੂ ਸਾਹਿਬ ਜੀ ਨੇ। 11 ਭੱਟ ਜਦੋਂ ਆ ਕੇ ਮਹਾਰਾਜਿਆਂ ਦੀ ਉਸਤਤ ਕੀਤੀ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜਿਆਂ ਨੇ ਫਿਰ ਉਹਨਾਂ ਨੂੰ ਦੱਸਿਆ ਕਿ ਉਸਤਤ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ, ਫਿਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜਿਆਂ ਦੀ। ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ, ਸਰਬ ਰਹਿਓ ਭਰਪੂਰ ਸਗਲ ਘਟ ਰਹਿਓ ਵਿਆਪੇ। ਵਿਆਪਤ ਦੇਖੀਐ ਜਗਤ ਜਾਣੈ, ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੈ ਆਪੇ ਹਰ ਪਤ। ਇਉਂ ਮਹਾਰਾਜਿਆਂ ਦੀ ਉਸਤਤ ਕੀਤੀ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਜਿਨ੍ਹਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਇਉਂ ਭੱਟ ਸਾਹਿਬਾਨਾਂ ਨੇ ਮਹਾਰਾਜਿਆਂ ਦੀ ਉਸਤਤ ਕੀਤੀ। ਸਤਿਗੁਰਾਂ ਨੇ ਇੰਨਾ ਸਤਿਕਾਰ ਦਿੱਤਾ ਕਿ ਉਹਨਾਂ ਨੂੰ ਮਹਾਰਾਜਿਆਂ ਨੇ ਆਪਣੇ ਨਾਲ ਬਿਠਾ ਲਿਆ। ਬਰਾਬਰ ਦਾ ਸਤਿਕਾਰ ਮਹਾਰਾਜਿਆਂ ਨੇ ਬਖਸ਼ਿਸ਼ ਕੀਤਾ। ਔਰ ਕਵੀ ਜਨ ਮਹਾਰਾਜਿਆਂ ਦੀ ਸ਼ਰਨ ਵਿੱਚ ਆਉਂਦੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਵੀ ਜਨਾਂ ਦਾ ਕਿੰਨਾ ਸਤਿਕਾਰ ਕਰਦੇ। ਅੰਮ੍ਰਿਤ ਰਾਏ ਨੇ ਮਹਾਰਾਜਿਆਂ ਦੀ ਉਸਤਤ ਕਰਦੇ ਆ। ਸਤਿਗੁਰੂ ਜੀ ਜਿੱਥੇ ਵੀ ਜਾਨਾ ਹਾਂ, ਜਾਹੀ ਔਰ ਜਾਹੂੰ ਅਤ ਆਦਰ ਤਾਹਾਂ ਤੇ ਪਾਉ। ਸਤਿਗੁਰੂ ਜੀ ਉੱਥੇ ਹੀ ਮੈਨੂੰ ਸਤਿਕਾਰ ਮਿਲਦਾ, ਕਿਉਂਕਿ ਹਰ ਥਾਂ ਤੇ ਤੁਹਾਡੀ ਉਸਤਤ ਹੋ ਰਹੀ ਹੈ, ਹਰ ਥਾਂ ਤੇ ਤੁਹਾਡੀ ਕੀਰਤੀ ਹੋ ਰਹੀ ਹੈ, ਤੁਹਾਡਾ ਨਾਮ ਜਪਿਆ ਜਾ ਰਿਹਾ ਹੈ। ਜਿੱਥੇ ਵੀ ਮੈਂ ਜਾਂਦਾ ਹਾਂ ਉੱਥੇ ਹੀ ਮੈਨੂੰ ਸਤਿਕਾਰ ਮਿਲਦਾ ਹੈ। ਤੇਰੇ ਗੁਣ ਗਣ ਕੋ ਅਗਾਉ ਗਣ ਸ਼ੇਸ਼ ਜੂ। ਮਹਾਰਾਜ ਜੀ ਤੁਹਾਡੇ ਗੁਣ ਮੈਂ ਕੀ ਗਾਵਾਂ, ਤੁਹਾਡੇ ਗੁਣ ਤਾਂ ਸ਼ੇਸ਼ ਨਾਗ ਗਾ ਰਿਹਾ ਹੈ, ਜਿਹਦੀ 1000 ਜੇਬਾਂ ਹੈ, ਹਰ ਰੋਜ਼ ਨਵਾਂ ਨਾਮ ਲੈ ਕਰਕੇ। ਮਹਾਰਾਜ ਮੇਰੀ ਤਾਂ ਇੱਕ ਜੇਬਾ ਹੈ, ਜੇਬਾ ਏਕ ਕਵਨ ਗੁਣ ਕਹੀ ਹੈ। ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਹੀਐ। ਮੇਰੀ ਤਾਂ ਇੱਕ ਜੀਭ ਹੈ। ਸ਼ੇਸ਼ ਨਾਗ ਮਹਾਰਾਜ ਹਜ਼ਾਰਾਂ ਹੀ ਮੂੰਹ ਲੈ ਕਰਕੇ ਤੁਹਾਡਾ ਜਸ ਗਾਈ ਜਾਂਦਾ। ਮਹਾਰਾਜ ਤੁਹਾਡਾ ਤਾਂ ਪਹਿਲਾਂ ਹੀ ਕਿੰਨਾ ਜਸ ਹੋ ਰਿਹਾ ਹੈ, ਤੁਹਾਡੇ ਜਸ ਦਾ ਕੋਈ ਅੰਤ ਨਹੀਂ ਹੈ। ਇੱਕ ਜੇਬਾ ਕੀ ਅੰਤ ਪਾ ਸਕਦੀ ਹੈ। ਸਤਿਗੁਰੂ ਜੀ ਤੁਹਾਡੀ ਮਹਿਮਾ, ਤੁਹਾਡਾ ਪ੍ਰਤਾਪ ਜਿਹੜਾ ਹੈ ਉਹ ਬੇਅੰਤ ਹੈ। ਹੀਰ ਚੀਰ ਮੁਕਤਾ ਤੇਜ ਦਿਨ ਪ੍ਰਤਦਾਨ। ਸਤਿਗੁਰੂ ਜੀ ਹੀਰੇ ਮੋਤੀਆਂ ਦਾ ਦਾਨ ਆਪ ਜੀ ਨਿਤ ਵਰਤਾ ਰਹੇ ਹੋ। ਤੁਹਾਡੀ ਸ਼ਰਨ ਵਿੱਚ ਆ ਕਰਕੇ ਕਵੀ ਜਨ ਨਿਹਾਲ ਹੋ ਰਹੇ ਹਨ। ਤੁਹਾਡੇ ਵਰਗਾ ਕੋਈ ਦਾਤਾ ਨਹੀਂ ਹੈ। ਤੁਹਾਡੀ ਮਹਿਮਾ ਕਹਿਣ ਲੱਗੇ, ਐਸਾ ਦਾਨ ਦੇਖ ਕਰਕੇ। ਮਹਾਰਾਜ ਆਪ ਜੀ ਦਾਤਾਰ ਪਿਤਾ ਹੋ। ਤਿਨਾ ਦੇਖ ਦੇਖ ਅਬਿਲਾਖਤ ਤਨੇਸ਼ ਜੂ। ਮਹਾਰਾਜ ਕੁਬੇਰ ਦੇਵਤਾ ਜਿਹੜਾ ਹੈ ਉਹ ਵੀ ਅਭਿਲਾਖਾ ਕਰਦਾ ਕਿ ਮੈਂ ਆਪ ਜੀ ਦੀ ਸ਼ਰਨ ਵਿੱਚ ਆਵਾਂ। ਸਤਿਗੁਰੂ ਜੀ ਤੁਹਾਡੇ ਦਾਨ ਨੂੰ ਦੇਖਦਿਆਂ ਹੋਇਆਂ, ਕਿਉਂਕਿ ਕੁਬੇਰ ਨੂੰ ਧਨ ਦਾ ਦੇਵਤਾ ਗਿਣਿਆ ਸਨਾਤਨ ਧਰਮ ਦੇ ਅੰਦਰ। ਮਹਾਰਾਜ ਕੁਬੇਰ ਵੀ ਤੁਹਾਡੀ ਸ਼ਰਨ ਚਾਹੁੰਦਾ ਹੈ ਜਦੋਂ ਆਪ ਜੀ ਦਾਨ ਦਿੰਦੇ ਹੋ। ਗੁਣਨ ਮੈਂ ਗੁਣੀ ਕਵ ਅੰਮ੍ਰਿਤ ਪੜ੍ਹਾਈਆ ਮੇਰੋ। ਸਤਿਗੁਰੂ ਜੀ ਗੁਣੀਆਂ ਦੇ ਵਿੱਚੋਂ ਗੁਣੀ। ਅੰਮ੍ਰਿਤ ਰਾਏ ਜੀ ਕਹਿਣ ਲੱਗੇ, ਮਹਾਰਾਜ
ਐਸਾ ਕਿਹੜਾ ਗੁਣ ਹੈ ਜਿਨ੍ਹਾਂ ਗੁਣਾਂ ਨੂੰ ਮੈਂ ਬਿਆਨ ਕਰਾਂ। ਜਬ ਇਨ ਹਿਰੋ ਪਿਆਰ ਕੀਜੈ ਅਮਰੇਸ਼ ਜੂ। ਸਤਿਗੁਰੂ ਜੀ, ਜਦੋਂ ਮੈਂ ਆਪ ਜੀ ਦੇ ਗੁਣ ਦੇਖਦਾ ਹਾਂ, ਹਿਰਦੇ ਅੰਦਰ ਪ੍ਰੇਮ ਪੈਦਾ ਹੁੰਦਾ ਹੈ, ਹਿਰਦਾ ਸਤਿਗੁਰੂ ਜੀ ਪ੍ਰਸੰਨ ਹੁੰਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਛੀਰ ਨਿਤ ਪਾਰ ਪਈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੀ ਮਹਿਮਾ ਖੀਰ ਸਮੁੰਦਰ ਦੇ ਸਮਾਨ ਹੈ, ਜਿਹੜੀ ਸਦਾ ਹੀ ਹੋ ਰਹੀ ਹੈ। ਖੀਰ ਸਮੁੰਦਰ ਚਿੱਟੇ ਦੁੱਧ ਵਰਗਾ ਹੈ, ਔਰ ਖੀਰ ਸਮੁੰਦਰ ਦਾ ਅੰਤ ਨਹੀਂ ਹੈ। ਸਤਿਗੁਰੂ ਜੀ ਇਸੇ ਤਰ੍ਹਾਂ ਆਪ ਜੀ ਦੀ ਮਹਿਮਾ ਜਿਹੜੀ ਹੈ ਉਹ ਬੇਅੰਤ ਹੈ। ਕੀਰਤ ਤਿਹਾਰੀ ਤੁਮੈ ਕਹਿ ਕੇ ਸੰਦੇਸ਼ ਜੂ। ਸਤਿਗੁਰੂ ਜੀ, ਤੁਹਾਡੀ ਜੋ ਕੀਰਤੀ ਹੈ, ਤੁਹਾਡੀ ਕੀਰਤੀ ਮੈਂ ਕੀ ਬਿਆਨ ਕਰ ਸਕਾਂ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਸਤਿਗੁਰਾਂ ਦੀ ਮਹਿਮਾ, ਸਤਿਗੁਰੂ ਜੀ ਦੀ ਵਡਿਆਈ। ਗੁਰੂ ਸਾਹਿਬ ਜੀਆਂ ਦੇ ਵਰਗਾ ਕੌਣ ਹੋ ਸਕਦਾ ਹੈ। ਸਤਿਗੁਰਾਂ ਨੇ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਬਿਆਨ ਕੀਤੀ, ਸ੍ਰੀ ਜਾਪ ਸਾਹਿਬ ਜੀ ਦੇ ਅੰਦਰ ਪਰਮੇਸ਼ਰ ਦੇ ਕਿੰਨੇ ਨਾਮ ਹਨ। 1001 ਨਾਮ ਸ੍ਰੀ ਜਾਪ ਸਾਹਿਬ ਜੀ ਦੇ ਅੰਦਰ ਗੁਰੂ ਸਾਹਿਬ ਜੀ ਨੇ ਬਿਆਨ ਕੀਤੇ। ਜਲੇ ਹੈ, ਥਲੇ ਹੈ, ਅਭੀਤ ਹੈ, ਅਪੇ ਹੈ, ਪ੍ਰਭੂ ਹੈ, ਅਜੂ ਹੈ, ਆਦੇਸ਼ ਹੈ, ਅਪੇਸ਼ ਹੈ। ਇਹ ਪਰਮੇਸ਼ਰ ਦੇ ਨਾਮ ਹਨ। ਔਰ ਕਿੰਨੇ ਨਾਮ ਨੇ। ਸਤਿਗੁਰਾਂ ਨੇ 1001 ਨਾਮ ਗਿਣਤੀ ਕੀਤੀ ਪਰਮੇਸ਼ਰ ਦੇ ਨਾਮਾਂ ਦੀ। ਬੇਅੰਤ ਨਾਮ, ਅੰਤ ਨਹੀਂ ਹੈ। ਮਹਾਰਾਜਿਆਂ ਨੇ ਕਹਿ ਦਿੱਤਾ, ਨਾ ਇਤੀ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ। ਇਹ ਕਰਮ ਨਾਮ ਨੇ ਪਰਮੇਸ਼ਰ ਦੇ, ਵੈਸੇ ਅੰਤ ਨਹੀਂ ਹੈ। ਅੰਤ ਨਹੀਂ ਹੈ ਆਪ ਜੀ ਦੇ ਕਿੰਨੇ ਨਾਮ ਹਨ, ਪਰ ਇਹ ਪਰਮੇਸ਼ਰ ਜੀਓ, ਤੁਹਾਡੇ ਜਿਹੜੇ ਕਰਮ ਨਾਮ ਹਨ, ਕਿੰਨੀਆਂ ਬਖਸ਼ਿਸ਼ਾਂ ਤੁਸੀਂ ਕਰ ਰਹੇ ਹੋ। ਕਰਮ ਨਾਮ ਲੈ ਕਰਕੇ ਮੈਂ ਤੁਹਾਡੀ ਮਹਿਮਾ ਜਿਹੜੀ ਹੈ ਉਹ ਗਾ ਰਿਹਾ ਹਾਂ। ਕਵੀ ਅੰਮ੍ਰਿਤ ਰਾਏ ਜੀ ਕਹਿੰਦੇ, ਮਹਾਰਾਜ ਤੁਹਾਡੀ ਮਹਿਮਾ ਜਿਹੜੀ ਹੈ ਉਹ ਬੇਅੰਤ ਹੈ, ਇੱਕ ਥਾਂ ਤੇ ਨਹੀਂ, ਪੂਰੇ ਬ੍ਰਹਿਮੰਡ ਦੇ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦਾ ਜਸ ਹੁੰਦਾ ਹੈ। ਚਉਪਈ ਸੁਨ ਪ੍ਰਸੰਨ ਕਲਗੀਧਰ ਹੋਇਗੇ। ਸਤਿਗੁਰੂ ਜੀ ਖੁਸ਼ ਹੋਏ ਅੰਮ੍ਰਿਤ ਰਾਏ ਨੇ ਜੋ ਕਬਿੱਤ ਮਹਾਰਾਜਿਆਂ ਨੂੰ ਸਰਵਣ ਕਰਾਇਆ ਹੈ। ਰਾਖਿਓ ਨਿਕਟ ਮਾਨ ਬਹੁ ਕਹਿ ਕੇ। ਦਰਬਾਰੀ ਕਵੀ ਦਾ ਅਹੁਦਾ ਮਹਾਰਾਜਿਆਂ ਨੇ ਦੇ ਦਿੱਤਾ ਆਪਣੇ ਦਰਬਾਰ ਵਿੱਚ। ਅੰਮ੍ਰਿਤ ਰਾਏ ਕਵੀ ਨੂੰ ਵੀ 52 ਕਵੀਆਂ ਦੇ ਵਿੱਚੋਂ ਇੱਕ ਹੋਏ ਅੰਮ੍ਰਿਤ ਰਾਏ ਜੀ, ਔਰ ਆਪਣੇ ਦਰਬਾਰ ਵਿੱਚ ਰੱਖਿਆ ਹੈ ਮਹਾਰਾਜਿਆਂ ਨੇ। ਰੋਜ਼ ਦਇਓ ਕਰ ਦਰਬ ਕਨੇਰਾ। ਔਰ ਸਤਿਗੁਰੂ ਜੀ ਰੋਜ਼ ਕਵੀ ਅੰਮ੍ਰਿਤ ਰਾਏ ਜੀ ਕਵਿਤਾ ਮਹਾਰਾਜਿਆਂ ਨੂੰ ਸਰਵਣ ਕਰਾਉਂਦੇ। ਸਤਿਗੁਰੂ ਜੀ ਫਿਰ ਇਨਾਮ ਦਿੰਦੇ। ਕਨੇਰਾ ਦਰਬ, ਕਨੇਰੀ ਮਾਇਆ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਇਮ ਸੁਨ ਸੁਨ ਕਰ ਸਜਸ ਵਡੇਰਾ। ਇਉਂ ਕਵੀ ਜਨ ਮਹਾਰਾਜਿਆਂ ਦਾ ਵੱਡਾ ਸੁਜਸ ਕਰਦੇ ਹਨ। ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਅੰਤ ਨਹੀਂ ਹੈ ਮਹਾਰਾਜਿਆਂ ਦੇ ਦਰਬਾਰ ਦਾ, ਸਤਿਗੁਰਾਂ ਦੀ ਮਹਿਮਾ ਦਾ। ਹਰ ਰੋਜ਼ ਕਵੀ ਮਹਾਰਾਜਿਆਂ ਦੇ ਸਨਮੁਖ ਆ ਕਰਕੇ ਸੁਜਸ ਉਚਾਰਦੇ। ਸਤਿਗੁਰੂ ਜੀ ਸਭਨਾਂ ਦੀਆਂ ਝੋਲੀਆਂ ਭਰਦੇ ਹਨ। ਕਰਨ ਪਰਬ ਪਾਖਾ ਤਿਲ ਕੀਨੀ। ਔਰ ਅੰਮ੍ਰਿਤ ਰਾਏ ਜੀ ਨੇ ਕਰਨ ਪਰਬ ਗ੍ਰੰਥ ਜਿਹੜਾ ਹੈ ਉਹ ਲਿਖਿਆ ਮਹਾਰਾਜਿਆਂ ਦੀ ਹਜ਼ੂਰੀ ਵਿੱਚ ਰਹਿ ਕਰਕੇ। ਛੰਦ ਬੰਦ ਸੁੰਦਰ ਗਤ ਲੀਨੀ। ਔਰ ਗੁਰੂ ਸਾਹਿਬ ਜੀ ਦੀ ਰਹਿਨਮਾਈ ਦੇ ਹੇਠ ਛੰਦਾਬੰਦੀ, ਸੁੰਦਰ ਰੀਤ ਜਿਹੜੀ ਹੈ, ਛੰਦਾਂ ਦੀ ਚਾਲ ਸਤਿਗੁਰਾਂ ਦੀ ਸ਼ਰਨ ਵਿੱਚ ਰਹਿ ਕਰਕੇ ਸਿੱਖੀ ਹੈ। ਲੱਖ ਦਰਬ ਕੀ ਬਖਸ਼ਿਸ਼ ਪਾਈ। 1 ਲੱਖ ਰੁਪਈਆ ਮਹਾਰਾਜਿਆਂ ਨੇ ਬਖਸ਼ੀਸ਼ ਦਾ ਦਿੱਤਾ ਹੈ। ਗੁਰ ਕੀ ਕੀਰਤ ਮਹਿਤ ਬਨਾਈ। ਔਰ ਸਤਿਗੁਰਾਂ ਦੀ ਕੀਰਤ, ਮਹਾਰਾਜਿਆਂ ਦੀ ਮਹਿਮਾ, ਮਿੱਠੀ ਮਹਿਮਾ ਸਤਿਗੁਰਾਂ ਦੀ ਸਰਵਣ ਕਰਦਾ ਹੈ, ਸਰਵਣ ਕਰਾਉਂਦਾ ਹੈ। ਹੰਸ ਰਾਮ ਕਵ ਪਰਬ ਬਨਾਇਓ। ਕਵੀ ਹੰਸ ਰਾਮ ਜੀ ਇਹਨੇ
ਪਰਬ ਜਿਹੜਾ ਹੈ ਉਹ ਗ੍ਰੰਥ ਲਿਖਿਆ ਹੈ। द्रोण परब कुवरेश सुनायो ਔਰ ਕਵੀ ਕਵਰੇਸ਼ ਉਹਨੇ द्रोण ਪਰਬ ਸੁਣਾਇਆ ਹੈ। इसी रीत बहु पाखा बनी ਇਸੇ ਪ੍ਰਕਾਰ ਜਿਹੜੀ ਕਵੀਆਂ ਦੀ ਇਉਂ ਹਰ ਰੋਜ਼ ਉਹਨਾਂ ਨੇ ਆ ਕੇ ਮਹਾਰਾਜਿਆਂ ਨੂੰ ਛੰਦ ਸੁਣਾਉਣਾ, ਕਵਿਤਾ ਸੁਣਾਉਣੀ, ਕਵਿਤ ਰਚ ਕੇ ਲੈ ਕੇ ਆਉਣਾ। ਹਰ ਰੋਜ਼ ਦੀਵਾਨ ਦੇ ਵਿੱਚ ਮਹਾਰਾਜਿਆਂ ਦੀ ਕੀਰਤੀ ਮਹਿਮਾ ਆ ਕੇ ਕਵੀ ਜੀ ਸਰਵਣ ਕਰਾਉਂਦੇ ਹਨ। ਜਿਹੜਾ ਕਵੀ ਹੰਸ ਰਾਮ ਜੀ ਨੇ ਲਿਖਿਆ ਕਵੀ ਪਰਬ, ਇਹ ਜਿਹੜਾ ਪਟਿਆਲੇ ਲਾਇਬ੍ਰੇਰੀ ਹੈ ਇੱਥੇ ਪਿਆ ਹੈ ਇਹ ਗ੍ਰੰਥ। ਔਰ ਵੱਖ-ਵੱਖ ਗ੍ਰੰਥ ਕਵੀਆਂ ਨੇ ਲਿਖੇ, ਕਹਿਣ ਲੱਗੇ ਮਹਾਰਾਜਿਆਂ ਨੂੰ ਫਿਰ ਆ ਕੇ ਦਿਖਾਉਂਦੇ ਔਰ ਸਰਵਣ ਕਰਾਉਂਦੇ ਹਨ। ਮਿਲੇ ਆਨ ਇਸ ਹੀ ਬਿਦ ਗੁਣੀ ਗੁਣੀ ਜਨ ਕਵੀ ਜਿਹੜੇ ਹਨ ਆ ਕਰਕੇ ਮਹਾਰਾਜਿਆਂ ਦੇ ਦਰਸ਼ਨ ਕਰਦੇ ਹਨ। ਬਾਵਨ ਕਵ ਗਿਨਤੀ ਮਹਿਨੀਤ 52 ਕਵੀ ਜਿਹੜੇ ਹਨ ਮਹਾਰਾਜਿਆਂ ਦੇ ਦਰਬਾਰੀ ਕਵੀ, ਇਹਨਾਂ ਦੀ ਗਿਣਤੀ ਹੈ। ਨਿਤ ਸਤਿਗੁਰਾਂ ਦੇ ਦਰਬਾਰ ਵਿੱਚ ਇਹ 52 ਕਵੀ ਹਾਜ਼ਰ ਰਹਿੰਦੇ ਹਨ। ਰਹਿ ਨਿਕਟ ਹਰ ਖਾਵੇ ਚੀਤ ਔਰ ਕੋਲ ਹੀ ਰਹਿੰਦੇ ਗੁਰੂ ਸਾਹਿਬ ਜੀ ਦੇ ਸਤਿਗੁਰਾਂ ਦੇ ਦਰਸ਼ਨ ਕਰਕੇ ਚਿੱਤ ਖੁਸ਼ ਹੁੰਦਾ ਹੈ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ, ਸਤਿਗੁਰਾਂ ਨੂੰ ਸਾਹਮਣੇ ਦੇਖ ਕਰਕੇ ਹਿਰਦਾ ਪ੍ਰਸੰਨ ਹੁੰਦਾ ਹੈ। ਇੱਕ ਦਿਨ ਸਤਿਗੁਰ ਸਭਾ ਲਗਾਏ ਇੱਕ ਦਿਨ ਸਤਿਗੁਰੂ ਜੀ ਦੀਵਾਨ ਵਿੱਚ ਬੈਠੇ ਹਨ। ਬੈਠੇ ਹੁਤੇ ਮਹਾ ਤੁਤ ਪਾਏ ਔਰ ਸਾਰੀ ਸੰਗਤ ਮਹਾਰਾਜਿਆਂ ਦੇ ਕੋਲ ਬੈਠੀ, ਕਵੀ ਜਨ ਬੈਠੇ ਹਨ। ਏਕ ਕਵੀ ਚਲ ਕਰ ਤਹ ਆਇਓ ਇੱਕ ਕਵੀ ਚੱਲ ਕੇ ਆਇਆ ਮਹਾਰਾਜਿਆਂ ਦੀ ਸ਼ਰਨ ਵਿੱਚ। ਨਿਜ ਵਿਦਿਆ ਹੰਕਾਰ ਬੜਾਇਓ ਇਹਨੂੰ ਆਪਣੀ ਵਿਦਿਆ ਦਾ ਹੰਕਾਰ ਬਹੁਤ ਹੈ, ਦੂਸਰੇ ਕਵੀਆਂ ਨੂੰ ਨੀਵਾਂ ਦਿਖਾਉਣਾ। ਆਮ ਤੌਰ ਤੇ ਜਿਹੜਾ ਵਿਦਵਾਨ ਹੋਵੇ, ਗੁਣੀ ਹੋਵੇ, ਉਹਨੂੰ ਆਪਣੇ ਗੁਣਾਂ ਦਾ, ਵਿਦਵਤਾ ਦਾ ਮਾਣ ਹੁੰਦਾ ਹੈ। ਦੋ ਹੀ ਗੱਲਾਂ ਜੀਵਨ ਦੇ ਵਿੱਚ ਹਮੇਸ਼ਾ ਯਾਦ ਰੱਖਣ ਯੋਗ ਹਨ। ਕਦੇ ਵੀ ਆਪਣੇ ਗੁਣ ਦਾ ਜਿਹੜਾ ਹੈ ਉਹ ਇਜ਼ਹਾਰ ਨਹੀਂ ਕਰਨਾ ਚਾਹੀਦਾ, ਔਰ ਦੂਸਰੇ ਦੇ ਔਗਣਾਂ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੀਦਾ। ਦੂਸਰੇ ਦੇ ਔਗਣਾਂ ਨੂੰ ਛੁਪਾ ਲੈਣਾ ਚਾਹੀਦਾ ਹੈ ਔਰ ਆਪਣੇ ਗੁਣਾਂ ਨੂੰ ਕਹਿਣ ਲੱਗੇ ਛੁਪਾ ਕੇ ਰੱਖਣਾ ਚਾਹੀਦਾ। ਇਸ ਕਰਕੇ ਕਵੀ ਆਇਆ, ਇਹਦੇ ਮਨ ਵਿੱਚ ਬੜਾ ਹੰਕਾਰ ਹੈ। ਗੁਰੂ ਸਾਹਿਬ ਜੀ ਦੇ ਦਰਬਾਰ ਦੇ ਜਿਹੜੇ ਕਵੀ ਹਨ ਇਹਨਾਂ ਨੂੰ ਕੋਈ ਖਾਸ ਵਿਦਿਆ ਨਹੀਂ ਆਉਂਦੀ। ਮੇਰੇ ਵਰਗਾ ਇਹਨਾਂ ਦੇ ਵਿੱਚੋਂ ਇੱਕ ਵੀ ਨਹੀਂ ਹੈ। ਕੀ ਸਵਈਆ ਅਰਥ ਛਪਾਇਓ ਇੱਕ ਸਵਈਆ ਇਹਨੇ ਲਿਖਿਆ ਔਰ ਉਹਦੇ ਅਰਥ ਜਿਹੜੇ ਹਨ ਉਹ ਛੁਪਾ ਕਰਕੇ ਲਿਖਿਆ ਹੈ। ਅਬਿਲਾਖਤ ਗੁਰ ਤੇ ਪਰਖਾਇਓ ਔਰ ਇਹਦੀ ਅਬਿਲਾਖਾ ਸੀ ਗੁਰੂ ਸਾਹਿਬ ਜੀ ਨੇ ਜਿਹੜੇ ਕਵੀ ਰੱਖੇ ਹੋਏ ਹਨ ਇਹਨਾਂ ਦੇ ਕੋਲੋਂ ਜਿਹੜਾ ਸਵਈਆ ਮੈਂ ਲਿਖਿਆ ਉਹਦੇ ਅਰਥ ਇਹਨਾਂ ਕਵੀਆਂ ਤੋਂ ਕਰਵਾਵਾਂਗਾ। ਹੱਥ ਬੰਦ ਕਰ ਬੰਧਨ ਠਾਨੀ ਹੱਥ ਜੋੜ ਕੇ ਮਹਾਰਾਜਿਆਂ ਨੂੰ ਬੇਨਤੀ ਕੀਤੀ ਹੈ। ਬੈਠ ਪ੍ਰਭੂ ਕੇ ਨਿਕਟ ਬਖਾਨੀ ਔਰ ਗੁਰੂ ਸਾਹਿਬ ਜੀ ਦੇ ਕੋਲ ਬਹਿ ਗਿਆ, ਫਿਰ ਬੇਨਤੀ ਕਰਦਾ ਹੈ। ਦੇਸ਼ ਦੇਸ਼ ਮਹਿਰਾਵਰ ਕੀਰਤ ਸਤਿਗੁਰੂ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪ ਜੀ ਦੀ ਕੀਰਤੀ ਹੈ, ਤੁਹਾਡਾ ਜਸ ਹੈ, ਗੁਰੂ ਸਾਹਿਬ ਜੀ ਦੀ ਵਡਿਆਈ ਹੈ। ਜਿਸ ਜਿਸ ਤੇ ਸੁਨੀਅਤ ਬਿਸਤੀਰਤ ਜਿਹਦੇ ਤੋਂ ਵੀ ਸੁਣੀ ਹੈ ਸਤਿਗੁਰੂ ਜੀ ਆਪ ਜੀ ਦੀ ਕੀਰਤੀ, ਹਰ ਪਾਸੇ ਤੁਹਾਡੀ ਮਹਿਮਾ ਦਾ ਵਿਸਥਾਰ ਹੈ, ਆਪ ਜੀ ਦੀ ਮਹਿਮਾ ਹੋ ਰਹੀ ਹੈ। ਸਭ ਵਿਦਿਆ ਕੇ ਗੁਣੀ ਬਖਾਨੋ ਆਪ ਜੀ ਸਭ ਵਿਦਿਆ ਦੇ ਗੁਣੀ ਹੋ, ਐਸੀ ਕੋਈ ਵਿਦਿਆ ਨਹੀਂ ਜਿਹੜੀ ਮਹਾਰਾਜ ਆਪ ਜੀ ਤੋਂ ਛੁਪੀ ਹੋਵੇ। ਰਹਿ ਸਭਾ ਤੁਮਰੀ ਸਨਮਾਨੇ ਔਰ ਸਤਿਗੁਰੂ ਜੀ ਤੁਹਾਡੇ ਕਵੀ ਜਨ ਜਿਹੜੇ ਕਿ ਗੁਣੀ ਹਨ ਔਰ ਆਪ ਜੀ ਇਹਨਾਂ ਨੂੰ ਸਨਮਾਨ ਦਿੰਦੇ ਹੋ। ਛੰਦ ਰਚੈ ਲੱਖੋ ਰਹਿਤ
ਤੀਰ। ਔਰ ਇਹ ਕਵੀ ਜਨ ਮਹਾਰਾਜ ਅਨੇਕਾਂ ਹੀ ਛੰਦ ਲਿਖਦੇ ਹਨ। ਆਪ ਜੀ ਦੇ ਕੋਲ ਰਹਿ ਕਰਕੇ ਅਨੇਕਾਂ ਹੀ ਛੰਦਾਂ ਦੀ ਰਚਨਾ ਕਰਦੇ ਹਨ। ਪਰਖੋ ਸਭ ਕੇ ਗੁਣੀ ਗਹੀਰ। ਸਤਿਗੁਰੂ ਜੀ ਸਾਰੇ ਕਵੀਆਂ ਦੀ ਮੈਂ ਪਰਖ ਕਰਾਂਗਾ, ਕਿੰਨੇ ਕੁ ਗੁਣੀ ਹਨ ਇਹ, ਕਿੰਨੀ ਕੁ ਡੂੰਘੀ ਵਿਚਾਰ ਹੈ ਇਹਨਾਂ ਦੇ ਪਾਸ, ਕਿੰਨੀ ਕੁ ਗਹਿਰਾਈ ਹੈ ਇਹਨਾਂ ਅਰਥਾਂ ਦੇ ਅੰਦਰ। ਇਸ ਕਰਕੇ ਮਹਾਰਾਜ ਮੈਂ ਇਹਨਾਂ ਦੀ ਪਰਖ ਕਰਨੀ ਚਾਹੁੰਦਾ ਹਾਂ। ਏਕ ਸਵਈਆ ਰਚਿਓ ਨਵੀਨਾ। ਸਤਿਗੁਰੂ ਜੀ ਮੈਂ ਇੱਕ ਨਵਾਂ ਸਵਈਆ ਜਿਹੜਾ ਹੈ ਉਹ ਰਚਿਆ ਹੈ, ਲਿਖ ਕੇ ਲੈ ਕੇ ਆਇਆ ਹਾਂ। ਅਰਥ ਅਜਾਇਬ ਸ਼ੁਭ ਧਰ ਦੀਨਾ। ਸਤਿਗੁਰੂ ਜੀ ਉਹਦੇ ਜਿਹੜੇ ਅਰਥ ਹਨ, ਇਹ ਅਰਥ ਮੈਂ ਇਹਨਾਂ ਕਵੀਆਂ ਤੋਂ ਸੁਣਨਾ ਚਾਹੁੰਦਾ ਹਾਂ। ਸਭਾ ਆਪ ਕੀ ਮਹਿਨਹਿ ਐਸਾ। ਤੁਹਾਡੀ ਸਭਾ ਦੇ ਵਿੱਚ ਮਹਾਰਾਜ ਕੋਈ ਐਸਾ ਕਵੀ ਨਹੀਂ ਹੈ, ਜਾਹਰ ਕਹੈ ਅਰਥ ਕੋ ਜੈਸਾ। ਕੋਈ ਇਹਨਾਂ ਅਰਥਾਂ ਨੂੰ ਜ਼ਾਹਰ ਕਰ ਸਕੇ, ਮੈਨੂੰ ਸੁਣਾ ਸਕੇ। ਸੁਨ ਹੰਕਾਰ ਸਮੇਤ ਉਪਾਚਾ। ਬੜਾ ਹੰਕਾਰ ਹੈ ਇਸ ਕਵੀ ਦੇ ਮਨ ਵਿੱਚ, ਔਰ ਹੰਕਾਰ ਭਰੇ ਬਚਨ ਹੀ ਮਹਾਰਾਜਿਆਂ ਦੇ ਨਾਲ ਕਰਦਾ ਹੈ। ਬੋਲਿਓ ਪਾਤਸ਼ਾਹ ਗੁਰ ਸੱਚਾ। ਔਰ ਸੁਣ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਨਿਜ ਮਤ ਕਰਕੇ ਕੀਨਸ ਜਥਾ। ਤੂੰ ਆਪਣੀ ਮਤ ਅਨੁਸਾਰ ਜਿਹੜਾ ਮਤਾ ਤੂੰ ਕਰਕੇ ਲੈ ਕੇ ਆਇਆ ਹੈ, ਸਭਾ ਮਝਾਰ ਉਚਾਰਹੁ ਤਥਾ। ਸਤਿਗੁਰੂ ਜੀ ਕਹਿੰਦੇ ਭਾਈ ਸਭਾ ਦੇ ਵਿੱਚ ਸੁਣਾਉਣਾ ਕਰ, ਜਿਹੜਾ ਸਵਈਆ ਤੂੰ ਬਣਾ ਕੇ ਲੈ ਕੇ ਆਇਆ ਸਭਾ ਦੇ ਵਿੱਚ ਸੁਣਾ ਦੇਣਾ ਕਰ। ਕਿਸ ਪ੍ਰਕਾਰ ਕਰਕੇ ਕਵ ਲਿਆਇਓ। ਜਿਸ ਪ੍ਰਕਾਰ ਤੂੰ ਇਹ ਸਵਈਆ ਰਚ ਕੇ ਲੈ ਕੇ ਆਇਆ ਹੈ, ਸ੍ਰੀ ਸਤਿਗੁਰ ਕੋ ਤਬੈ ਸੁਨਾਇਓ। ਫਿਰ ਇਸ ਕਵੀ ਨੇ ਗੁਰੂ ਸਾਹਿਬ ਜੀ ਦੇ ਸਨਮੁਖ ਇਹ ਸਵਈਆ ਸੁਣਾਉਣਾ ਕੀਤਾ ਹੈ। ਸਭਾ ਵਿਖੇ ਸਭ ਹੂੰ ਸੁਣ ਲਇਓ। ਸਾਰੀ ਸਭਾ ਦੇ ਵਿੱਚ ਕਵੀ ਵੀ ਬੈਠੇ ਹਨ, ਸੰਗਤ ਵੀ ਬੈਠੀ ਹੈ, ਔਰ ਸਭਨਾਂ ਨੇ ਸਵਈਆ ਸੁਣਿਆ ਹੈ। ਸੋ ਮੈਂ ਇਹਾ ਪਾਠ ਲਿਖ ਦਇਓ। ਕਵੀ ਜੀ ਕਹਿੰਦੇ ਜਿਹੜਾ ਸਵਈਆ ਲਿਖ ਕੇ ਲੈ ਕੇ ਆਇਆ ਹੈ ਉਹ ਮੈਂ ਪਾਠ ਇੱਥੇ ਲਿਖ ਦਿੱਤਾ ਹੈ। ਸਵਈਆ ਨਵ ਸਾਤ ਤੀਏ ਨਵ ਸਾਤ ਕੀਏ। ਨਵ ਸਾਤ ਪੀਏ ਨਵ ਸਾਤ ਪਿਆਏ। 16 ਦੀ ਗੱਲ ਜਿਹੜੀ ਹੈ ਇਸ ਸਵਈਏ ਦੇ ਵਿੱਚ ਕੀਤੀ। ਕਹਿਣ ਲੱਗੇ 16 ਵਰੇ ਦੀ ਇਸਤਰੀ ਹੈ ਔਰ 16 ਹੀ ਉਹਨੇ ਸ਼ਿੰਗਾਰ ਕੀਤੇ ਹਨ, ਔਰ 16 ਵਰਿਆਂ ਦਾ ਉਹਦਾ ਪਤੀ ਹੈ। 16 ਵਰਿਆਂ ਬਾਅਦ ਹੀ ਕਹਿਣ ਲੱਗੇ ਉਹਦੇ ਕੋਲ ਆਇਆ ਹੈ, 16 ਸਾਲਾਂ ਬਾਅਦ ਪਰਦੇਸ਼ ਤੋਂ ਕਹਿਣ ਲੱਗੇ ਇਹਦਾ ਪਤੀ ਜਿਹੜਾ ਹੈ ਉਹ ਆਇਆ ਹੈ। ਇਸ ਤਰ੍ਹਾਂ 16 ਦਾ ਜਿਹੜਾ ਛੰਦ ਹੈ ਕਹਿਣ ਲੱਗੇ 16 ਦੀ ਹੋਈ ਗਿਣਤੀ ਇਹਦੇ 'ਚ ਕੀਤੀ। ਜਦੋਂ ਮਹਾਰਾਜਿਆਂ ਨੂੰ ਸੁਣਾਇਆ ਕਵੀ ਵੀ ਹੱਸੇ, ਸੁਣ ਕਰਕੇ ਸਭਨਾਂ ਨੇ ਬੜਾ ਦੀਵਾਨ ਦੇ ਵਿੱਚ ਕਹਿਣ ਲੱਗੇ ਖੁਸ਼ ਹੋਏ। ਜਿਹਨੂੰ ਕਹਿੰਦਾ ਵੀ ਇਹ ਕੋਈ ਅਰਥ ਨਹੀਂ ਕਰਦੇ ਇਸ ਸਵਈਏ ਦੇ, ਕਹਿਣ ਲੱਗਿਆ ਕੋਈ ਅਰਥ ਨਹੀਂ ਕਰ ਸਕਦਾ। ਔਰ ਮਹਾਰਾਜ ਜੀ ਕਹਿੰਦੇ ਫਿਰ ਇਹਨੂੰ ਦੱਸਦੇ ਨੇ ਵੀ ਇਹਦੇ ਅਰਥ ਤੈਨੂੰ ਕੌਣ ਕਰਕੇ ਸੁਣਾਏਗਾ। ਚੌਪਈ ਸ੍ਰੀ ਕਲਗੀਧਰ ਸੁਨ ਮੁਸਕਾਏ। ਕਲਗੀਧਰ ਪਿਤਾ ਜੀ ਸੁਣ ਕੇ ਮੁਸਕਰਾਏ ਹਨ ਜਦੋਂ ਇਹਨੇ ਇਹ ਸਵਈਆ ਸੁਣਾਇਆ ਹੈ। ਕਹਿ ਚੰਦਨ ਕੋ ਗਰਭ ਗਵਾਏ। ਇਸ ਕਵੀ ਦਾ ਨਾਮ ਹੈ ਕਵੀ ਚੰਦਨ, ਔਰ ਇਹਦਾ ਹੰਕਾਰ ਗਵਾਉਂਦਿਆਂ ਹੋਇਆਂ ਮਹਾਰਾਜ ਜੀ, ਕਿਉਂਕਿ ਸਤਿਗੁਰੂ ਹੀ ਉਹ ਹੈ ਜਿਹੜਾ ਆਪਣੇ ਸਿੱਖ ਦੇ ਹਿਰਦੇ ਅੰਦਰੋਂ ਭਰਮ ਦੀ ਨਿਵਰਤੀ ਕਰ ਦਿੰਦਾ। ਔਰ ਕਵੀ ਚੰਦਨ ਦੇ ਮਨ ਵਿੱਚ ਭਰਮ ਸੀ ਕਿ ਮੇਰੇ ਵਰਗਾ ਕਵੀ ਹੋਰ ਕੋਈ ਵੀ ਨਹੀਂ ਹੈ ਮਹਾਰਾਜਿਆਂ ਦੇ ਦਰਬਾਰ ਵਿੱਚ। ਜਦੋਂ ਆ ਕੇ ਇਹ ਸਵਈਆ ਸੁਣਾਇਆ, ਕੇਵਲ 16 ਦੀ ਤਾਂ ਗੱਲ ਹੈ, ਸੌਖਾ ਜਿਹਾ ਸਵਈਆ
ਜਿਹਨੂੰ ਕਹਿੰਦਾ ਵੀ ਬਹੁਤ ਔਖਾ ਹੈ। ਮਹਾਰਾਜ ਜੀ ਕਹਿਣ ਲੱਗੇ ਤੇਰਾ ਹੰਕਾਰ ਜਿਹੜਾ ਹੈ ਉਹ ਹੁਣੇ ਹੀ ਦੂਰ ਕਰ ਦਿੰਦੇ ਹਾਂ। ਇਸ ਜੈਸਨ ਕੋ ਅਰਥ ਵਿਚਾਰਨ, ਇਹ ਜਿਹੜਾ ਸਵਈਆ ਤੂੰ ਲਿਖਿਆ ਇਸ ਸਵਈਏ ਦੇ ਅਰਥਾਂ ਦੀ ਵਿਚਾਰ। ਹਮਰੇ ਕਾਹੀ ਕਰਹਿ ਉਚਾਰਨ, ਕਵੀ ਚੰਦਨ ਜੀ ਇਹਦੇ ਤਾਂ ਅਰਥ ਸਾਡੇ ਘਾਈ ਵੀ ਕਰ ਲੈਂਦੇ ਨੇ, ਜਿਹੜੇ ਸਾਡੇ ਘੋੜਿਆਂ ਨੂੰ ਘਾਹ ਪਾਉਂਦੇ ਨੇ। ਜਿਹੜਾ ਸਵਈਆ ਤੂੰ ਲੈ ਕੇ ਆਇਆ ਇਹਦੇ ਅਰਥ ਤਾਂ ਸਾਡੇ ਘਾਈ ਵੀ ਜਾਣਦੇ ਹਨ। ਇਹ ਲਾਇਕ ਕਵੀਆਂ ਕੇ ਨਾਹੀ, ਔਰ ਇਹ ਜਿਹੜੀ ਬੋਲੀ ਹੈ ਕਵੀਆਂ ਦੇ ਲਾਇਕ ਨਹੀਂ ਹੈ, ਕਵੀਆਂ ਦੀ ਛੰਦਬੰਦੀ ਨਹੀਂ ਹੈ ਇਹ। ਮੇਰਾ ਆਪਸ ਮਹਿ ਕਰਤੇ ਕਾਹੀ, ਸਾਡੇ ਜਿਹੜੇ ਘਾਈ ਨੇ ਉਹ ਤਾਂ ਮਿਲ ਕੇ ਆਪਸ ਵਿੱਚ ਗੱਲਾਂ ਕਰਦੇ ਨੇ। ਇਸ ਤਰ੍ਹਾਂ ਜਿਵੇਂ ਤੂੰ ਕਹਿੰਦਾ ਵੀ ਮੈਂ ਕਵਿਤਾ ਲਿਖ ਕੇ ਲੈ ਕੇ ਆਇਆ, ਮਹਾਰਾਜ ਜੀ ਕਹਿੰਦੇ ਸਾਡੇ ਜਿਹੜੇ ਘਾਈ ਨੇ ਉਹ ਤਾਂ ਇਸ ਤਰ੍ਹਾਂ ਗੱਲਾਂ ਕਰਦੇ ਨੇ ਆਪਸ ਵਿੱਚ ਆਉਂਦੇ ਜਾਂਦੇ ਆ। ਛੰਦ ਸਭਾ ਹਮਰੀ ਮਹਿ ਸਰਸਤ, ਔਰ ਇਹ ਜਿਹੜਾ ਛੰਦ ਤੂੰ ਕਹਿਣਾ ਹੈ ਇਹਨੂੰ ਛੰਦ, ਸਾਡੀ ਸਭਾ ਦੇ ਵਿੱਚ ਇਸ ਤਰ੍ਹਾਂ ਦਾ ਛੰਦ ਨਹੀਂ ਬਿਆਨ ਕੀਤਾ ਜਾਂਦਾ। ਜਿਨ ਕੇ ਪਾਠ ਕਰੇ ਰਸ ਬਰਸਤ, ਸਾਡੀ ਸਭਾ ਦੇ ਵਿੱਚ ਤਾਂ ਇਸ ਤਰ੍ਹਾਂ ਦੇ ਛੰਦ ਗਾਏ ਜਾਂਦੇ ਨੇ, ਸੁਣਾਏ ਜਾਂਦੇ ਨੇ, ਜਿਨ੍ਹਾਂ ਦਾ ਪਾਠ ਕੀਤਿਆਂ ਰਸ ਵਰਸਦਾ ਹੈ, ਆਨੰਦ ਆਉਂਦਾ ਹੈ। ਜਿਨ੍ਹਾਂ ਨੂੰ ਸੁਣਿਆ, ਜਿਨ੍ਹਾਂ ਨੂੰ ਪੜ੍ਹਿਆ ਰਸ ਪੈਦਾ ਹੁੰਦਾ ਹੈ। ਕਵੀਆਂ ਕੇ ਹਮਰੇ ਹੈ ਦਾਸ, ਜਿਹੜੇ ਸਾਡੇ ਕਵੀਆਂ ਦੇ ਦਾਸ ਹਨ, ਸੇਵਕ ਹਨ। ਪਠਤ ਸੁਨਤ ਆਨਤ ਜਬ ਕਾਸ, ਉਹ ਪੜ੍ਹਦੇ ਸੁਣਦੇ ਨੇ, ਆਮ ਗੱਲਾਂ ਕਰਦੇ ਨੇ ਇਹੋ ਜਿਹੀ ਛੰਦਾਬੰਦੀ ਦੇ ਵਿੱਚ ਜਦੋਂ ਘਾਹ ਲੈ ਕੇ ਆਉਂਦੇ ਹਨ। ਚੰਦਨ ਕਵ ਗੁਰ ਕੇ ਬਚ ਸੁਣੇ, ਚੰਦਨ ਨੇ ਜਦੋਂ ਮਹਾਰਾਜਿਆਂ ਦੇ ਇਉਂ ਬਚਨ ਸੁਣੇ ਹਨ, ਬੋਲਿਓ ਧਰ ਕਰ ਅਚਰਜ ਘਣੇ, ਬੜਾ ਹੈਰਾਨ ਹੋਇਆ ਵੀ ਮੈਂ ਤਾਂ ਬੜੇ ਚਾਅ ਨਾਲ ਆਪਣੇ ਵੱਲੋਂ ਇਹ ਸਵਈਆ ਲਿਖ ਕੇ ਲੈ ਕੇ ਆਇਆ ਸੀ। ਬੜਾ ਹੈਰਾਨ ਹੋ ਕੇ ਕਹਿੰਦਾ ਹੈ, ਇਕ ਕਾਹੀ ਕੋ ਲੇਹ ਬੁਲਾਏ, ਮਹਾਰਾਜ ਜੀ ਫਿਰ ਆਪ ਜੀ ਇੱਕ ਘਾਈ ਨੂੰ ਬੁਲਾ ਹੀ ਲੈਣਾ ਕਰੋ, ਉਹਦੇ ਕੋਲੋਂ ਫਿਰ ਅਰਥ ਕਰਵਾਓ। ਜੋ ਇਸ ਕੀ ਦੇ ਅਰਥ ਸੁਨਾਏ, ਜਿਹੜਾ ਇਹਦੇ ਮੈਨੂੰ ਅਰਥ ਸੁਣਾ ਦੇਵੇ। ਜਿਸ ਤੇ ਆਵੇ ਮੋਹਿ ਪ੍ਰਤੀਤ, ਫੇਰ ਹੀ ਮੈਨੂੰ ਪ੍ਰਤੀਤ ਆਏਗੀ, ਫੇਰ ਹੀ ਮੈਨੂੰ ਵਿਸ਼ਵਾਸ ਹੋਏਗਾ। ਸਭ ਗੁਰੂ ਕੀ ਹੈ ਕਵ ਜੀਤ, ਕਵੀਆਂ ਦੀ ਇਹ ਜਿੱਤ ਦੀ ਸਭਾ ਹੈ। ਫੇਰ ਹੀ ਮੈਂ ਜਾਣਾਂਗਾ ਜੇ ਘਾਈ ਤੋਂ ਆਪ ਜੀ ਅਰਥ ਕਰਾ ਦਿਓ। ਹੇਮ ਨਸਟਕ ਜੁਤ ਤਹਿ ਖਰਿਓ, ਮਹਾਰਾਜਿਆਂ ਦੇ ਦਰਬਾਰ ਵਿੱਚ ਇੱਕ ਚੋਬਦਾਰ ਖੜਾ ਹੈ, ਸਾਹਮਣੇ ਚੋਬਦਾਰ ਨੂੰ ਗੁਰੂ ਸਾਹਿਬ ਜੀ ਨੇ ਬੁਲਾਇਆ ਹੈ। ਪ੍ਰਭ ਸੁਨ ਤਾਹਿ ਪਠਾਵਨ ਕਰਿਓ, ਮਹਾਰਾਜਿਆਂ ਨੇ ਇਸ ਚੋਬਦਾਰ ਨੂੰ ਭੇਜਿਆ ਹੈ। ਆਨਾ ਧੰਨਾ ਸਿੰਘ ਹਕਾਰ, ਸਤਿਗੁਰੂ ਜੀ ਕਹਿੰਦੇ ਭਾਈ ਜਾਓ ਧੰਨਾ ਸਿੰਘ ਨੂੰ ਬੁਲਾ ਕੇ ਲੈ ਕੇ ਆਓ। ਇਸ ਹੀ ਛਿਨ ਕੁਛ ਲੱਗੈ ਨ ਬਾਰ, ਔਰ ਇਸੇ ਹੀ ਛਿਨ ਦੇ ਵਿੱਚ ਲੈ ਕੇ ਆਉਣਾ, ਜ਼ਿਆਦਾ ਦੇਰੀ ਨਹੀਂ ਲਾਉਣੀ। ਸਤਿਗੁਰ ਹੁਕਮ ਮਾਨਸ ਗਇਓ, ਮਹਾਰਾਜਿਆਂ ਦਾ ਹੁਕਮ ਮੰਨ ਕਰਕੇ ਇਹ ਚੋਬਦਾਰ ਗਿਆ ਹੈ। ਧੰਨਾ ਸਿੰਘ ਸੰਗ ਕਹਿ ਦਿਓ, ਜਾ ਕੇ ਭਾਈ ਧੰਨਾ ਸਿੰਘ ਜੀ ਨੂੰ ਦੱਸਿਆ ਕਿ ਸਤਿਗੁਰੂ ਜੀ ਤੁਹਾਨੂੰ ਯਾਦ ਕਰਦੇ ਹਨ। ਸੁਣ ਕੇ 300 ਪੂਜਨ ਕੀਨਾ, ਧੰਨਾ ਸਿੰਘ ਨੇ ਚੋਬਦਾਰ ਨੂੰ ਪੁੱਛਿਆ ਵੀ ਕੀ ਕਾਰਨ ਅਚਾਨਕ ਇੰਨੀ ਛੇਤੀ ਗੁਰੂ ਸਾਹਿਬ ਜੀ ਨੇ ਮੈਨੂੰ ਬੁਲਾਇਆ ਹੈ। ਕਿਵ ਸਿਮਰਿਓ ਮੁਝ ਕਹੋ ਪ੍ਰਵੀਨਾ, ਮੈਨੂੰ ਕਿਵੇਂ ਯਾਦ ਕੀਤਾ ਗੁਰੂ ਸਾਹਿਬ ਜੀ ਨੇ? ਇਹ ਸਿਆਣੇ ਮੈਨੂੰ ਦੱਸਣਾ ਕਰੋ। ਚੋਬਦਾਰ ਤਬ ਕਹਿਓ ਪ੍ਰਸੰਗ, ਚੋਬਦਾਰ ਨੇ ਫਿਰ ਸਾਰਾ ਪ੍ਰਸੰਗ ਦੱਸਿਆ ਜੋ ਕਵੀ ਚੰਦਨ ਨੇ ਉੱਥੇ ਕਿਹਾ ਹੈ। ਜਿਮ ਗੁਰ ਭਣਿਓ ਕਵੀ ਕੇ ਸੰਗ, ਫਿਰ ਜਿਵੇਂ ਗੁਰੂ ਸਾਹਿਬ ਜੀ ਨੇ ਕਿਹਾ ਵੀ ਇਹ ਅਰਥ ਤਾਂ ਸਾਡੇ ਘਾਈ ਕਰ ਲੈਂਦੇ ਹਨ। ਸਾਰੀ ਗੱਲ ਫਿਰ ਚੋਬਦਾਰ ਨੇ ਧੰਨਾ ਸਿੰਘ ਨੂੰ ਦੱਸੀ ਹੈ। ਧੰਨਾ ਸਿੰਘ ਸਜਾਨ ਸਭ ਜਾਨੀ, ਸਿਆਣਾ ਹੈ ਭਾਵੇਂ ਘਾਈ ਹੈ,
ਅੱਗੇ ਮਹਾਰਾਜ ਜੀ ਬਖਸ਼ਿਸ਼ ਕਰਨਗੇ। ਇੱਕ ਦਿਨ ਸਤਿਗੁਰੂ ਜੀ ਘੋੜੇ 'ਤੇ ਅਸਵਾਰ ਹੋਣ ਲੱਗੇ, ਕਵੀਆਂ ਦੇ ਨਾਲ, ਸਾਰੇ ਕਵੀ ਗੁਰੂ ਸਾਹਿਬ ਜੀ ਦੇ ਨਾਲ ਨਾਲ। ਸਾਹਮਣੇ ਘੋੜਾ ਖੜਾ ਹੈ। ਸਤਿਗੁਰੂ ਜੀ ਕਹਿੰਦੇ, ਭਾਈ ਛੇਤੀ ਨਾਲ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਕੋਈ ਅਰਥ ਕਰਕੇ ਸੁਣਾਵੇ, ਇੱਕ ਪੰਕਤੀ ਦੇ ਵਿੱਚ ਸੰਪੂਰਨ ਅਰਥ। ਔਰ ਸਾਰੇ ਜਣੇ ਹੈਰਾਨ ਹੋ ਗਏ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸੰਪੂਰਨ ਅਰਥ ਇੱਕ ਪੰਕਤੀ ਦੇ ਵਿੱਚ ਕੌਣ ਕਰਕੇ ਸੁਣਾ ਸਕਦਾ ਹੈ। ਕਵੀ ਧੰਨਾ ਸਿੰਘ ਜੀ ਕਹਿੰਦੇ, ਮਹਾਰਾਜ ਜੇ ਆਪ ਜੀ ਦੀ ਆਗਿਆ ਹੋਵੇ ਮੈਂ ਸੁਣਾਵਾਂ। ਔਰ ਮਹਾਰਾਜ ਜੀਆਂ ਨੇ ਘੋੜੇ 'ਤੇ ਬਹਿੰਦਿਆਂ ਬਹਿੰਦੇ ਹੀ ਸੁਣਨੇ ਸੀ। ਕਹਿਣ ਲੱਗੇ, ਹਾਂ ਭਾਈ ਬੋਲ। ਕਵੀ ਧੰਨਾ ਸਿੰਘ ਬੋਲਿਆ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਹਿਣ ਲੱਗੇ ਮਹਾਰਾਜ, ਸਤਿਗੁਰੂ ਜੀ ਕਹਿੰਦੇ, ਸਿੱਖਾ ਨਿਹਾਲ ਨਿਹਾਲ ਨਿਹਾਲ। 3 ਵਾਰ ਮਹਾਰਾਜ ਜੀਆਂ ਨੇ ਕਿਹਾ ਨਿਹਾਲ ਨਿਹਾਲ ਨਿਹਾਲ। ਹੁਣ ਸਾਰੇ ਜਿਹੜੇ ਵੱਡੇ ਵੱਡੇ ਕਵੀ ਸਨ ਉਹ ਸੋਚ ਰਹੇ ਸੀ ਵੀ ਇੱਕ ਪੰਕਤੀ ਦੇ ਵਿੱਚ ਅਰਥ ਤਾਂ ਮਹਾਰਾਜ ਜੀਆਂ ਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਔਰ ਜਾਣੀ ਜਾਂਦੀ ਹੈ ਸਤਿਗੁਰੂ ਦੀ ਕਿਰਪਾ ਦੁਆਰਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਹੈ। ਸੰਪੂਰਨ ਬਾਣੀ ਅਕਾਲ ਨਾਲ ਜੁੜਨ ਦਾ ਮਾਰਗ ਹੈ, ਜਰੀਆ ਹੈ। ਜੁੜਿਆ ਕਿਵੇਂ ਜਾਂਦਾ ਹੈ? ਗੁਰਪ੍ਰਸਾਦ ਦੇ ਦੁਆਰਾ, ਸਤਿਗੁਰੂ ਦੀ ਮਹਿਮਾ, ਸਤਿਗੁਰੂ ਦੀ ਕਿਰਪਾ ਦੁਆਰਾ। ਜਦੋਂ ਸਤਿਗੁਰੂ ਕਿਰਪਾ ਕਰੇ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਜੁੜਨ ਦੀ ਜਿਹੜੀ ਸਮਰੱਥਾ ਪੈਦਾ ਹੁੰਦੀ। ਹਰ ਨਾਮੋ ਮੰਤਰ ਦਿਰੜਾਏ ਦਾ ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਸਤਿਗੁਰੂ ਕਿਰਪਾ ਕਰਕੇ ਹਰੀ ਨਾਮ ਦਾ ਇਹ ਗੁਰਮੰਤਰ ਦ੍ਰਿੜ ਕਰਾਉਂਦਾ ਹੈ। ਔਰ ਜਦੋਂ ਇਹ ਗੁਰਮੰਤਰ ਯਾਦ ਹੋ ਜਾਂਦਾ ਹੈ, ਹਿਰਦੇ ਅੰਦਰੋਂ ਹਉਮੈ ਦਾ ਰੋਗ ਕੱਟਿਆ ਜਾਂਦਾ ਹੈ। ਜਦੋਂ ਹਉਮੈ ਦਾ ਰੋਗ ਕੱਟਿਆ ਗਿਆ, ਸਦੀਵ ਕਾਲ ਲਈ ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਫਿਰ ਉਹਦੇ ਵਿੱਚ ਅਭੇਦ ਹੋ ਜਾਂਦਾ। ਕਵੀ ਧੰਨਾ ਸਿੰਘ ਸਿਆਣਾ ਸੀ ਔਰ ਮਹਾਰਾਜ ਜੀਆਂ ਦੇ ਉਹ ਬਚਨ ਸੁਣੇ, ਤਿਆਰੀ ਕੀਤੀ ਹੈ ਕਿ ਮਹਾਰਾਜ ਜੀਆਂ ਨੇ ਕਿਹਾ ਕਿ ਇਹਦੇ ਅਰਸ ਤਾਂ ਘਾਈ ਕਰ ਲੈਂਦੇ ਨੇ ਸਾਡੇ। ਉਦੋਂ ਫਿਰ ਘਾਈਆਂ ਵਾਲਾ ਭੇਸ ਜਿਹੜਾ ਹੈ ਕਵੀ ਧੰਨਾ ਸਿੰਘ ਜੀ ਬਣਾਉਂਦੇ ਹਨ। ਸਫਲ ਕਰੀ ਚਾਹੇ ਗੁਰਬਾਣੀ, ਕਿਉਂਕਿ ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਭਾਈ ਇਹ ਅਰਥ ਤਾਂ ਸਾਡੇ ਘਾਈ ਕਰ ਲੈਂਦੇ। ਔਰ ਸਤਿਗੁਰਾਂ ਦੇ ਬਚਨ ਕਿ ਉਹੋ ਜਿਹਾ ਹੀ ਭੇਸ ਮੈਂ ਬਣਾ ਕੇ ਜਾਵਾਂ। ਬਹੁਤ ਮੋਲ ਕੇ ਵਸਤਰ ਉਤਾਰੇ, ਜਿਹੜੇ ਵਸਤਰ ਪਾਏ ਹੋਏ ਸਨ ਹਨ ਤਾਂ ਘਾਈ ਭਾਈ ਧੰਨਾ ਸਿੰਘ ਜੀ। ਘਾਹ ਲੈ ਕੇ ਆਉਂਦੇ, ਘੋੜਿਆਂ ਨੂੰ ਪਾਉਂਦੇ, ਸੇਵਾ ਕਰਦੇ, ਘੋੜਿਆਂ ਦੀ ਤਬੇਲੇ ਵਿੱਚ ਹੀ ਰਹਿੰਦੇ, ਕਿਉਂਕਿ ਮਹਿਮਾ ਹੈ ਸਤਿਗੁਰਾਂ ਦੀ ਔਰ ਵਡਿਆਈ। ਇਹ ਸੇਵਾ ਭਾਈ ਧੰਨਾ ਸਿੰਘ ਨੂੰ ਬਖਸ਼ਿਸ਼ ਪ੍ਰਾਪਤ ਹੋਈ। ਔਰ ਫਿਰ ਭਾਈ ਧੰਨਾ ਸਿੰਘ ਜੀ ਇਸ ਵੇਲੇ ਬੈਠੇ ਸਨ, ਵਸਤਰ ਪਾਏ ਹੋਏ ਸੀ। ਕਹਿਣ ਲੱਗੇ ਉਹ ਵਸਤਰ ਉਤਾਰ ਦਿੱਤੇ, ਘਾਈਆਂ ਵਾਲੇ ਵਸਤਰ ਜਿਹੜੇ ਪਾ ਕੇ ਘਾਹ ਪਾਉਂਦੇ ਉਹ ਪਾ ਲਏ ਹਨ। ਚੀਰਨ ਮੋਟ ਦੇਹ ਪਰ ਧਾਰੇ, ਔਰ ਉਹ ਜਿਹਾ ਹੀ ਜਿਹੜਾ ਵਸਤਰ ਸੀ ਆਪਣੇ ਤਨ ਤੇ ਧਾਰਨ ਕੀਤਾ ਹੈ। ਇੱਕ ਖੁਰਪਾ ਲੈ ਕਰ ਜੁਤ ਜਾਰੀ, ਔਰ ਇੱਕ ਖੁਰਪਾ ਲਿਆ, ਇੱਕ ਪੱਲੀ ਲਈ ਹੈ ਜਿਹਦੇ ਵਿੱਚ ਘਾਹ ਬੰਨ੍ਹ ਕੇ ਲੈ ਕੇ ਆਉਂਦੇ ਹਨ। ਇਕੱਠੀ ਕਰ ਸਿਕੰਦ ਪਰ ਡਾਰੀ, ਔਰ ਜਿਹੜਾ ਪੱਲੜ ਸੀ ਭਾਈ ਧੰਨਾ ਸਿੰਘ ਨੇ ਇਕੱਠਾ ਕਰਕੇ ਮੋਢੇ ਤੇ ਰੱਖ ਲਿਆ ਹੈ। ਸਭ ਕਾਹੇ ਕੋ ਬੇਖ ਬਣਾਇਓ, ਸਾਰਾ ਘਾਈ ਵਾਲਾ ਭੇਖ ਭਾਈ ਧੰਨਾ ਸਿੰਘ ਨੇ ਬਣਾਇਆ ਹੈ। ਸ਼ੰਕ ਬਹੀਨ ਸਭਾ ਮਹਿ ਆਇਓ, ਔਰ ਕੋਈ ਡਰ ਨਹੀਂ ਹੈ, ਨਿਡਰ ਹੋ ਕਰਕੇ, ਨਿਸ਼ੰਕ ਹੋ ਕਰਕੇ ਭਾਈ ਧੰਨਾ ਸਿੰਘ ਜੀ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਚੱਲ ਕੇ ਆਏ ਹਨ। ਗੁਰਪਦ ਪਦਮ ਕੀਨ ਤਬ ਨਮੋ, ਸਤਿਗੁਰਾਂ ਦੇ ਚਰਨਾਂ ਤੇ ਆ ਕੇ ਮੱਥਾ ਟੇਕਿਆ ਹੈ। ਉਚਿਤ ਥਾਨ ਬੈਠਿਓ ਤੇ ਸਮੋ, ਔਰ ਉਚਿਤ ਥਾਂ ਤੇ ਭਾਈ ਧੰਨਾ ਸਿੰਘ ਜੀ ਨੂੰ ਮਹਾਰਾਜ ਜੀਆਂ ਨੇ ਬਿਠਾਇਆ। ਔਰ ਜਿਵੇਂ ਭਾਈ ਧੰਨਾ ਸਿੰਘ ਜੀ ਫਿਰ ਚੰਦਨ ਕਵੀ ਦੇ ਰਚੇ ਹੋਏ ਛੰਦ ਦੇ ਅਰਥ ਕਰਕੇ ਸੁਣਾਉਂਦੇ, ਕਹਿੰਦੇ ਇਹ ਕਿਹੜਾ ਔਖੀ ਗੱਲ ਹੈ ਮਹਾਰਾਜ, ਕੇਵਲ 16 ਹੀ ਤਾਂ ਕਹਿੰਦੇ ਇਹਨੇ ਗਿਣੀਆਂ ਨੇ ਇਸ ਛੰਦ ਦੇ ਵਿੱਚ। ਇੱਕੋ ਹੀ ਸਾਹ ਦੇ ਵਿੱਚ ਭਾਈ ਧੰਨਾ ਸਿੰਘ ਜੀ ਨੇ ਅਰਥ ਕਰ ਦਿੱਤੇ।
ਫਿਰ ਹੁਣ ਭਾਈ ਧੰਨਾ ਸਿੰਘ ਨੂੰ ਮਹਾਰਾਜ ਜੀ ਕਹਿੰਦੇ ਵੀ ਭਾਈ ਹੁਣ ਤੂੰ ਵੀ ਕਵਿਤਾ ਸੁਣਾ ਇਹਨੂੰ, ਇਹ ਤੇਰੀ ਕਵਿਤਾ ਦੇ ਅਰਥ ਸੁਣਾਉਂਦਾ ਹੈ ਜਾਂ ਨਹੀਂ ਸੁਣਾਉਂਦਾ। ਫਿਰ ਉੱਥੇ ਚੰਦਨ ਜੀ ਫਸ ਗਏ ਮਹਾਰਾਜ ਜੀਆਂ ਦੇ ਚਰਨਾਂ 'ਤੇ ਮੱਥਾ ਟੇਕਦੇ, ਮਹਾਰਾਜ ਇੰਨੇ ਔਖੇ ਅਰਥ, ਉਹਨੂੰ ਤਾਂ ਵਿਸ਼ਰਾਮ ਵੀ ਨਹੀਂ ਲਾਉਣੇ ਆਏ ਜਦੋਂ ਭਾਈ ਧੰਨਾ ਸਿੰਘ ਨੇ ਕਵਿਤਾ ਉਚਾਰਨ ਕੀਤੀ। ਕੱਲ੍ਹ ਨੂੰ ਆਪਾਂ ਸਰਵਣ ਕਰਾਂਗੇ। ਮਹਾਨ ਉੱਤਮ ਜਸ ਜੋ ਸਰਵਣ ਕੀਤਾ ਹੈ ਮਨ ਵਿੱਚ ਵਸਾਈਏ, ਹਿਰਦੇ ਅੰਦਰ ਧਾਰਨ ਕਰੀਏ। ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਦੇ ਲੋਕ ਸੁਖੀ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੈ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਜੀ। ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨਹਿ ਬਤਾਇਆ। ਭੁੱਲੇ ਮਾਰਗ ਜਿਨਹਿ ਬਤਾਇਆ, ਭੁੱਲੇ ਮਾਰਗ ਜਿਨਹਿ ਬਤਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ। ਭੁੱਲੇ ਮਾਰਗ ਜਿਨਹਿ ਬਤਾਇਆ, ਭੁੱਲੇ ਮਾਰਗ ਜਿਨਹਿ ਬਤਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। 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 ਹੇ ਅਚੁੱਤ ਹੈ ਪਾਰ ਬ੍ਰਹਮ, ਅਵਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਪੀ ਹੋਵਨ ਹਾਰ। ਹੇ ਸੰਤਾਂ ਕੈ ਸਦਾ ਸੰਗ, ਧਾਰਾ ਆਧਾਰ। ਹੇ ਠਾਕੁਰ ਹਉ ਦਾਸਰ, ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਹੋਈਐ ਪਰੋਇ। ਆਏ ਪ੍ਰਭ ਸ਼ਰਨਾਗਤੀ। ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਸੁਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨ ਹਾਰ। ਸਗਲ ਦੁਆਰ ਕਉ ਛਾੜ ਕੇ, ਤੁਹਾਰ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕਉ ਛਾੜ ਕੇ, ਤੁਹਾਰ ਦੁਆਰ। ਬਾਹੇ ਗਹੇ ਕੀ ਲਾਜ ਅਸ। ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।